रसना तो आपां श्रवण कीता है। ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਵਿਚਾਰਾਂ ਦੀ ਸੇਵਾ ਲੈਣ। ਆਪ ਜੀ ਅਸੀਸ ਬਖਸ਼ੋ ਜੀ। ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ। ਅਦਬ ਸਹਿਤ ਗੁਰੂ ਬਖਸ਼ੀ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਅੰਮ੍ਰਿਤ ਬਚਨਾਂ ਚੋਂ 57 ਸਲੋਕਾਂ ਚੋਂ 21 ਅਤੇ 22 ਨੰਬਰ 2 ਸਲੋਕ ਨੇ ਆਪਾਂ ਸ਼ਰਵਣ ਕੀਤੇ ਨੇ, ਜਿਸ ਦੀ ਵਿਚਾਰ ਨਾਲ ਜੁੜਨਾ ਹੈ। ਕਾਦਰ ਨੇ ਮਨੁੱਖ ਨੂੰ ਸਰੀਰ ਦਿੱਤਾ ਹੈ ਤੇ ਹਰੇਕ ਸਰੀਰ ਦਾ ਲਹਿਦਾ ਇੱਕ ਸੈਂਸਰ ਹੈ। ਬੜੇ ਧਿਆਨ ਨਾਲ ਸੁਣਨਾ। ਅੱਖਾਂ ਦਾ ਸੈਂਸਰ ਬ੍ਰੇਨ ਵਿੱਚ ਅਲੱਗਾ ਹੈ, ਹੱਥਾਂ ਦਾ ਅਲੱਗਾ ਹੈ, ਪੈਰਾਂ ਦਾ ਅਲੱਗਾ ਹੈ, ਸਾਰੇ ਸੈਂਸਰ ਵੱਖਰੇ ਨੇ। ਪਰ ਕਮਾਲ ਦੀ ਬਾਤ ਹੈ, ਸਾਰੇ ਮਨੁੱਖਾ ਸਰੀਰ 'ਚੋਂ ਜੇ ਦੋ ਕਿਸੇ ਗਿਆਨ ਕਰਮ ਇੰਦਰੀਆਂ ਦਾ ਸੈਂਸਰ ਇਕੱਠਾ ਹੈ ਨਾ, ਉਹ ਜੀਭਾ ਤੇ ਕੰਨ ਦਾ ਹੈ। ਇਹ ਦੋਵੇਂ ਇਕੱਠੇ ਚੱਲਦੇ ਨੇ। ਕਾਦਰ ਨੇ ਖੇਡ ਬਣਾਈ। ਇਸੇ ਕਰਕੇ ਸੰਸਾਰ ਵਿੱਚ ਤੁਸੀਂ ਵੇਖੋਗੇ ਜਿਹੜਾ ਬੰਦਾ ਜਨਮ ਤੋਂ ਲੈ ਕੇ ਗੂੰਗਾ ਹੈ ਉਹ ਬੋਲਾ ਸੁਭਾਵਕ ਹੋਏਗਾ। ਹਾਂ, ਬਾਅਦ ਵਿੱਚ ਕਿਸੇ ਦੇ ਕੋਈ ਕਿਸੇ ਕਾਰਨ ਸੱਟ ਲੱਗੇ ਉਹ ਗੱਲ ਵੱਖਰੀ ਹੈ। ਜ਼ਮਾਂਦਰੂ ਇੱਦਾਂ ਹੀ ਹੁੰਦਾ ਹੈ, ਬੋਲਾ ਹੈ ਗੂੰਗਾ ਹੈ, ਗੂੰਗਾ ਹੈ ਬੋਲਾ ਹੈ। ਕਾਰਨ ਕਿਉਂਕਿ ਕਾਦਰ ਨੇ ਰੱਬ ਨੇ ਦਿਮਾਗ ਵਿੱਚ ਇਹਨਾਂ ਦਾ ਸੈਂਸਰ ਇਕੱਠਾ ਰੱਖਿਆ। ਚੱਲਣਗੇ ਤਾਂ ਇਕੱਠੇ ਚੱਲਣਗੇ, ਬੰਦ ਹੋਣਗੇ ਤੇ ਇਕੱਠੇ ਬੰਦ ਹੋਣਗੇ। ਅਸਲ ਵਿੱਚ ਕੀ ਹੈ? ਅਸਲ ਵਿੱਚ ਜੇਬ ਹੈ ਨਾ ਜਿਹੜੀ, ਇਹ ਕੰਨਾਂ ਦੀ ਮੁਹਤਾਜ ਹੈ। ਕੰਨਾਂ ਤੋਂ ਬਿਨਾਂ ਜੇਬਾ ਕੁਝ ਨਹੀਂ ਬੋਲਦੀ। ਉਦਾਹਰਣ ਪਹਿਲਾਂ ਸਮਝਿਓ। 3 ਬੱਚੇ ਹੋਣ ਇੱਕੋ ਜਿਹੀ ਉਮਰ ਦੇ, ਇੱਕੋ ਘਰ ਵਿੱਚ ਜਨਮੇ ਹੋਣ, ਇੱਕੋ ਮਾਤਾ ਪਿਤਾ ਹੋਵੇ, ਤੇ ਕੀ ਹੋਏਗਾ? ਤਿੰਨਾਂ ਨੂੰ ਤੁਸੀਂ ਇੱਕ ਨੂੰ ਪੱਛਮੀ ਦੇਸ਼ ਵਿੱਚ ਛੱਡ ਦਿਓ ਕਿਸੇ ਪਰਿਵਾਰ ਕੋਲ, ਇੱਕ ਨੂੰ ਅਫਰੀਕਾ ਵਿੱਚ ਛੱਡ ਦਿਓ, ਇੱਕ ਨੂੰ ਦੱਖਣ ਜਾਂ ਇੰਡੀਆ ਵਿੱਚ ਛੱਡ ਦਿਓ। ਇੱਕ ਹਿੰਦੀ ਜਾਂ ਪੰਜਾਬੀ ਬੋਲਣ ਵਾਲੇ ਪਰਿਵਾਰ ਕੋਲ ਹੋਵੇ, ਇੱਕ ਕਿਸੇ ਫਾਰਸੀ ਜਾਂ ਹੋਰ ਭਾਸ਼ਾ ਵਾਲੇ ਕੋਲ ਹੋਵੇ, ਇੱਕ ਅੰਗਰੇਜ਼ੀ ਵਾਲੇ ਕੋਲ ਹੋਵੇ। ਬੱਚੇ ਨੂੰ ਅੱਖਰਾਂ ਦੀ ਸਮਝ ਭਾਵੇਂ ਨਾ ਆਵੇ। ਆਪਾਂ ਵੇਖਦੇ ਹਾਂ ਬੰਦਾ ਅਨਪੜ੍ਹ ਹੈ ਪਰ ਪੰਜਾਬੀ ਤੇ ਉਹ ਵੀ ਬੋਲਦਾ ਹੀ ਹੈ ਨਾ। ਇਹ ਨਹੀਂ ਹੈ ਕਿ ਇਕੱਲੀ ਪੰਜਾਬੀ ਜਾਂ ਹਿੰਦੀ, ਪੱਛਮੀ ਦੇਸ਼ਾਂ ਦੀ ਦੁਨੀਆ 'ਚ ਵੀ ਹੈ। ਬੰਦਾ ਬਿਲਕੁਲ ਸਕੂਲ ਨਹੀਂ ਗਿਆ, ਮਦਰਸੇ ਨਹੀਂ ਗਿਆ, ਪਾਠਸ਼ਾਲਾ ਨਹੀਂ ਗਿਆ, ਵਿਦਿਆਲੇ ਨਹੀਂ ਗਿਆ, ਪਰ ਚੰਗੀ ਭਲੀ ਆਪਣੀ ਭਾਸ਼ਾ ਉਹ ਵੀ ਬੋਲਦਾ। ਹਾਲਾਂਕਿ ਉਹਨੂੰ ਲਿਖੇ ਤੋਂ ਨਹੀਂ ਪਤਾ ਵੀ ਅੱਖਰ ਕਿਹੜੇ ਨੇ, ਉਹ ਅੱਖਰ ਬੋਲ ਰਿਹਾ ਹੈ। ਉਹਨੂੰ ਸਮਝਣ ਲਈ ਕਿ ਅੱਖਰ ਕਿਹੜਾ ਹੈ ਸਕੂਲ ਜਾਣਾ ਪੈਂਦਾ ਹੈ ਨਾ, ਪਰ ਬੋਲਣ ਲਈ ਤੇ ਕਿਸੇ ਸਕੂਲ ਨਹੀਂ ਗਿਆ। ਉਹ ਕਿੱਥੋਂ ਸਿੱਖਿਆ? ਸੁਣ ਕੇ ਸਿੱਖਿਆ ਹੈ। ਜੀਭਾ ਕੰਨਾਂ ਦੀ ਮੁਹਤਾਜ ਹੈ। ਜੋ ਬੋਲ ਰਿਹਾ ਹੈ ਇਹਨੇ ਕਿਤੇ ਸੁਣਿਆ ਹੈ। ਤੇ ਤਾਂ ਹੀ ਧਰਮ ਨੇ ਇਹ ਗੱਲ ਸਿਖਾਈ ਹੈ। ਬੜੇ ਧਿਆਨ ਨਾਲ ਸੁਣਨਾ। ਦੋਵੇਂ ਅੰਗ ਇਕੱਠੇ ਨੇ। ਫਿਰ ਯਾਦ ਰੱਖਿਓ, ਕੰਨ ਤੇ ਜੇਬਾ। ਇਹ ਕਾਦਰ ਨੇ ਖੇਡ ਬਣਾਈ ਹੈ। ਉਸੇ ਮੈਥਡ ਵਿੱਚ, ਉਸੇ ਫਾਰਮੂਲੇ ਤਹਿਤ, ਉਸੇ ਰਾਹ ਦੇ ਤਹਿਤ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਹੈ। ਕਹਿਣ ਲੱਗੇ ਇਹਨਾਂ ਦੋਵਾਂ ਦੀ ਸੰਭਾਲ ਕਰ। ਅਗਲੀ ਗੱਲ, 10 ਗਿਆਨ ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ, 5 ਕਰਮ ਇੰਦਰੇ ਨੇ। ਤੁਸੀਂ ਜਾਣਦੇ ਹੋ, ਇਹਨੂੰ ਇਕੱਠਾ ਕਹਿ ਦਈਦਾ 10 ਗਿਆਨ ਕਰਮ ਇੰਦਰੇ ਨੇ। 10 ਦੇ ਵਿੱਚੋਂ ਧਰਮ ਨੇ ਸਭ ਤੋਂ ਵੱਧ ਜਿਹੜੀ ਪ੍ਰੈਫਰਡ ਕੀਤਾ, ਜਿਹੜਾ ਅੱਗੇ ਰੱਖਿਆ, ਜਿਹੜਾ ਜ਼ਰੂਰੀ ਸਮਝਿਆ, ਉਹ ਵੀ ਇਹ 2 ਗਿਆਨ ਇੰਦਰੇ ਨੇ। ਇੱਕ ਸਾਧ ਸੰਗਤ ਦੀ ਜੇਬਾ, ਇੱਕ ਕੰਨ ਨੇ। ਤੇ ਦੁਨੀਆ ਨੂੰ ਸਤਿਗੁਰੂ ਨੇ ਸਿਖਾਇਆ, ਸਮਝਾਇਆ। ਕਹਿਣ ਲੱਗੇ ਜਿੱਦੇ ਤੇਰਾ ਸੁਣਨਾ ਸੁਧਰ ਗਿਆ, ਸਮਝਣਾ ਦੀ, ਉਹਦੇ ਤੇਰਾ ਬੋਲਣਾ ਸੁਧਰ ਜਾਏਗਾ। ਇਸ ਲਈ ਤੂੰ ਚੰਗਾ ਬੋਲੇ, ਚੰਗਾ ਸੁਣਨਾ ਸਿੱਖ। ਜਿਸ ਦਿਨ ਚੰਗਾ ਸੁਣਨਾ ਸਿੱਖ ਗਿਆ ਉਹਦੇ ਚੰਗਾ ਬੋਲੇਗਾ। ਜਿੱਦੇ ਚੰਗਾ ਬੋਲਣ ਲੱਗ ਪਿਆ ਫਿਰ ਉਹ ਆਪਣੇ ਚੰਗੇ ਬੋਲਾਂ ਨੂੰ ਵੀ ਸੁਣ, ਉਹਨਾਂ ਨੂੰ ਵੀ ਆਪਣੇ ਕੰਨਾਂ ਦੁਆਰਾ ਸ਼ਰਵਣ ਕਰ। ਇੱਥੋਂ ਗੁਰੂ ਤੇਗ ਬਹਾਦਰ ਸਾਹਿਬ ਅੱਜ ਦੇ ਪਾਵਨ ਸ਼ਬਦ ਅੰਦਰ, ਸਲੋਕਾਂ ਅੰਦਰ ਕਿਰਪਾ ਕਰਦੇ ਨੇ। ਕਹਿਣ ਲੱਗੇ, ਹੇ ਮਨ, ਹੇ ਪ੍ਰਾਨੀ, ਹੇ ਜੀਵ, ਇੱਕ ਕੰਮ ਕਰ, ਜੇਬਾਂ ਨਾਲ ਪਰਮਾਤਮਾ ਦਾ ਨਾਮ ਜਪ। ਫਿਰ ਸ਼ਬਦ ਰਿਪੀਟ ਕਰਾਂ। ਗੁਰੂ ਅਮਰਦਾਸ ਸਾਹਿਬ ਦੀ ਬਾਣੀ ਚੋਂ ਇੱਕ ਪ੍ਰਮਾਣ ਲਿਓ ਜਿਹੜੀ ਆਪਾਂ ਰੋਜ਼ ਪੜ੍ਹਨੇ ਆ।
ਸਾਹਿਬ ਸਤਿਗੁਰੂ ਨੇ ਜਦੋਂ ਕੱਲੇ ਕੱਲੇ ਅੰਗਾਂ ਦਾ ਜ਼ਿਕਰ ਕੀਤਾ ਨਾ, ਤੇ ਨੇਤਰਾਂ ਨੂੰ ਕੱਲਿਆਂ ਨੂੰ ਕਿਹਾ, ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ, ਹਰ ਬਣਾਵਰ ਨਾ ਦੇਖੋ ਕੋਈ। ਕੱਲੇ ਨੇਤਰਾਂ ਨੂੰ ਕਿਹਾ ਨਾ। ਜਦੋਂ ਪੈਰਾਂ ਦੀ ਗੱਲ ਆਉਂਦੀ ਹੈ, ਹੱਥਾਂ ਦੀ ਗੱਲ ਆਉਂਦੀ ਹੈ, ਧਰਮ ਕੱਲੇ ਕੱਲੇ ਨੂੰ ਸਿੱਖਿਆ ਦਿੰਦਾ, ਕਿਉਂਕਿ ਕੱਲੇ ਕੱਲੇ ਦਾ ਜ਼ਿਕਰ ਹੈ। ਪਰ ਜਦੋਂ ਸਰਵਣਾਂ ਦੀ ਗੱਲ ਆਈ ਨਾ ਜੀ, ਬੜੇ ਧਿਆਨ ਨਾਲ ਫਿਰ ਸੁਣਿਓ, ਬਾਣੀ ਪੜ੍ਹਦੇ ਹੋ ਆਪ ਜੀ, ਜਦੋਂ ਜੇਬਾਂ ਦੀ ਗੱਲ ਆਈ ਉਦੋਂ ਫਿਰ ਕੱਲੀ ਨੂੰ ਕਿਹਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕੱਲੀ ਜੇਬਾਂ ਦੀ ਗੱਲ ਕੀਤੀ ਹੈ ਪੂਰੀ ਪੌੜੀ ਅੰਦਰ ਆਨੰਦ ਸਾਹਿਬ 'ਚ। ਪਰ ਜਦੋਂ ਕੰਨਾਂ ਦੀ ਗੱਲ ਆਈ ਉਦੋਂ ਕੱਲੇ ਕੰਨਾਂ ਨੂੰ ਨਹੀਂ ਕਿਹਾ, ਉਦੋਂ ਕੰਨਾਂ ਨੂੰ ਇਹ ਸਮਝਾਇਆ, ਹੇ ਮੇਰੇ ਕੰਨੋ, ਹੇ ਮੇਰੇ ਸਰਵਣੋ, ਜੇ ਤੁਸੀਂ ਬਾਣੀ ਸੁਣ ਲੱਗ ਜਾਓ, ਤੁਹਾਡਾ ਕੱਲਿਆਂ ਦਾ ਜੀਵਨ ਨਹੀਂ ਬਦਲਣਾ, ਸਾਰੇ ਸਰੀਰ ਦਾ ਹੀ ਜੀਵਨ ਬਦਲ ਜਾਏਗਾ। ਸਰੀਰ ਦਾ ਜੀਵਨ ਬਦਲ ਜਾਏਗਾ, ਮਨ ਦਾ ਜੀਵਨ ਬਦਲੇਗਾ। ਜਿਸ ਦਿਨ ਮੇਰੇ ਮਨ ਦਾ ਜੀਵਨ ਬਦਲ ਜਾਏਗਾ, ਅੱਜ ਦੇ ਪਾਵਨ ਸ਼ਲੋਕਾਂ ਦਾ ਭਾਵ, ਜਿੱਦੇ ਮੇਰੇ ਮਨ ਦਾ ਜੀਵਨ ਬਦਲੇਗਾ, ਮੇਰੇ ਤਨ ਦਾ ਜੀਵਨ ਬਦਲੇਗਾ, ਮੇਰੇ ਲਈ ਸੰਸਾਰ ਹੀ ਬਦਲ ਜਾਏਗਾ। ਅਜੇ ਕੀ ਹੁੰਦਾ ਹੈ? ਅਜੇ ਮੈਂ ਤੁਹਾਨੂੰ ਬਦਲਣਾ ਚਾਹਣਾ, ਆਪਣੇ ਆਪ ਨੂੰ ਨਹੀਂ। ਇੱਕ ਉਦਾਹਰਣ ਦਿਆਂ, ਸ਼ਲੋਕ ਦੇ ਸ਼ਬਦੀ ਅਰਥ ਤੇ ਭਾਵ ਅਰਥ ਵੱਲ ਆਉਣ ਤੋਂ ਪਹਿਲਾਂ। ਕਹਿਣ ਲੱਗੀ, ਤਿੰਨ ਬੰਦੇ ਨੇ, ਉਹ ਸਾਧਨ ਤੇ ਜਾ ਰਹੇ ਨੇ, ਕੋਈ ਸਾਧਨ ਕੋਈ ਮੋਟਰਸਾਈਕਲ ਤੇ ਜਾ ਰਹੇ ਨੇ, ਵੱਖਰੇ ਵੱਖਰੇ ਤੇ ਸਾਹਮਣੇ ਤੋਂ ਕੋਈ ਬੰਦਾ ਆ ਰਿਹਾ ਉਹਨਾਂ ਤਿੰਨਾਂ ਦੇ, ਇੱਕ ਇੱਧਰਲੀ ਲਾਈਨ 'ਚ, ਇੱਕ ਇੱਧਰ, ਇੱਕ ਇੱਧਰ ਹੈ, ਇੱਕ ਸਾਹਮਣੇ ਤੋਂ ਆ ਰਿਹਾ। ਧਿਆਨ ਦੇਣਾ, ਹਾਲਾਤ ਅੱਜ ਕੀ ਨੇ ਸਾਡੇ। ਕਹਿਣ ਲੱਗੇ, ਜਿਹੜਾ ਸਾਹਮਣੇ ਤੋਂ ਆ ਰਿਹਾ ਨਾ, ਉਹਦੀ ਲਾਈਟ ਜਗ ਰਹੀ ਹੈ, ਦਿਨ ਦਾ ਟਾਈਮ ਹੈ। ਪਹਿਲੇ ਨੇ ਕੀ ਕੀਤਾ, ਜਿਹੜਾ ਪਹਿਲਾਂ ਜਾ ਰਿਹਾ ਨਾ ਸਾਹਮਣੇ ਤੋਂ, ਉਹਨੇ ਵੇਖਿਆ ਉਹਦੀ ਲਾਈਟ ਜਗਦੀ ਹੈ, ਤੇ ਉਹ ਮਨ ਵਿੱਚ ਬੁੜਬੁੜਾਉਂਦਾ ਜਾਂਦਾ, ਦੁਪਹਿਰਾ ਹੈਗਾ, ਲਾਈਟ ਜਗਾਈ ਫਿਰਦਾ, ਕਮਲਾ ਬੰਦਾ, ਇਹਨੂੰ ਪਤਾ ਹੀ ਨਹੀਂ ਇਹ ਲਾਈਟ ਜਗਾ ਕੇ ਜਾ ਰਿਹਾ। ਤੇ ਜਦੋਂ ਥੋੜਾ ਅੱਗੇ ਜਾ ਕੇ ਵੇਖਿਆ, ਲਾਈਟ ਆਪਣੀ ਵੀ ਜਗ ਰਹੀ ਸੀ, ਕੇਵਲ ਉਹਦੇ ਵੱਲ ਧਿਆਨ। ਫਿਰ ਸੁਣਨਾ, ਦੂਜੇ ਬੰਦੇ ਕੋਲ ਮੋਟਰਸਾਈਕਲ ਹੈ, ਉਹਨੇ ਵੇਖਿਆ ਉਹ ਲਾਈਟ ਜਗਾ ਕੇ ਆ ਰਿਹਾ, ਪਹਿਲਾਂ ਬੁੜਬੁੜਾ ਕੇ ਲੰਘਿਆ, ਦੂਜੇ ਨੇ ਉਹਨੂੰ ਇਸ਼ਾਰਾ ਕੀਤਾ, ਜਿਵੇਂ ਲੋਕ ਅਕਸਰ ਕਰਦੇ ਨੇ, ਤੇਰੀ ਲਾਈਟ ਜਗ ਰਹੀ ਹੈ। ਤੇ ਕਹਿਣ ਲੱਗੇ, ਪਰ ਆਪਣੇ ਵੱਲ ਝਾਤੀ ਨਹੀਂ ਮਾਰੀ। ਥੋੜੀ ਦੇਰ ਬਾਅਦ ਆਪਣੇ ਸਾਧਨ ਵੱਲ ਝਾਤੀ ਮਾਰੀ, ਲਾਈਟ ਆਪਣੀ ਵੀ ਜਗ ਰਹੀ ਸੀ, ਉਹਦੀ ਵੀ। ਤੀਜਾ ਬੰਦਾ ਹੈ, ਉਹਦੇ ਕੋਲ ਵੀ ਸਾਧਨ ਹੈ, ਉਹਨੇ ਵੇਖਿਆ ਵੀ ਇਹ ਲਾਈਟ ਜਗਾ ਕੇ ਆ ਰਿਹਾ, ਉਹਨੇ ਵੱਲ ਵੇਖ ਕੇ ਬੁੜਬੁੜਾਇਆ ਨਹੀਂ, ਉਹਨੇ ਉਹਨੂੰ ਨਹੀਂ ਕਿਹਾ, ਉਹਨੂੰ ਵੇਖ ਕੇ ਉਹਨੇ ਪਹਿਲਾਂ ਆਪਣੇ ਮੋਟਰਸਾਈਕਲ ਦੀ ਲਾਈਟ ਵੇਖੀ, ਮੇਰੀ ਤੇ ਨਹੀਂ ਜਗ ਰਹੀ, ਤੇ ਸੱਚਮੁੱਚ ਉਹਦੀ ਵੀ ਜਗ ਰਹੀ ਸੀ। ਉਹਨੇ ਪਹਿਲਾਂ ਆਪਣੀ ਲਾਈਟ ਬੰਦ ਕੀਤੀ, ਫਿਰ ਉਹਨੇ ਉਹਨੂੰ ਇਸ਼ਾਰਾ ਕੀਤਾ, ਤੇਰੀ ਲਾਈਟ ਜਗਦੀ ਹੈ। ਕਹਿੰਦੇ ਉਹਦੇ ਕਹਿਣ ਤੇ ਉਹਨੇ ਰੋਕ ਕੇ ਤੇ ਲਾਈਟ ਬੰਦ ਕਰ ਲਈ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਚਨ ਕਹੇ ਹੈ। ਪਹਿਲੇ ਦੋਵਾਂ 'ਚ ਹਾਲਾਤ ਨੇ, ਅਵਰ ਉਪਦੇਸਾ ਹੈ, ਆਪ ਨਾ ਕਰੈ। ਬੜੇ ਧਿਆਨ ਨਾਲ ਸੁਣਿਓ। ਤੀਜੇ ਵਿੱਚ ਹਾਲਾਤ ਹੈ, ਆਪ ਜਪੈ, ਅਵਰਹਿ ਨਾਮ ਜਪਾਵੈ। ਅੱਜ ਦਾ ਜਿਹੜਾ ਮੁਕੱਦਸ ਸ਼ਲੋਕ ਹੈ ਨਾ ਜੀ, ਇਹਦੇ ਅੰਦਰ ਸਾਹਿਬ ਇਹ ਕਿਰਪਾ ਕਰਦੇ ਨੇ, ਜਦੋਂ ਮੈਂ ਸੁਣਾਂਗਾ ਉਦੋਂ ਮੇਰਾ ਧਿਆਨ ਆਪਣੇ ਤੇ ਹੋਏਗਾ। ਗੱਲ ਇਹ ਹੈ, ਜਦੋਂ ਮੈਂ ਕੇਵਲ ਸੁਣਾਵਾਂਗਾ ਉਦੋਂ ਮੇਰਾ ਧਿਆਨ ਕਿਸੇ ਤੇ ਹੋਏਗਾ। ਇਹਨੂੰ ਸੌਖਾ ਫਿਰ ਕਰ ਲਓ, ਕੇਵਲ ਸੁਣਾਉਣ ਨਾਲ ਧਿਆਨ ਦੂਜੇ ਤੇ ਜਾਂਦਾ ਹੈ, ਤੇ ਸੁਣਨ ਨਾਲ ਧਿਆਨ ਆਪਣੇ ਤੇ ਆਉਂਦਾ ਹੈ। ਤਾਂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਅੱਜ ਕਿਰਪਾ ਕਰਦੇ ਨੇ, ਕਹਿਣ ਲੱਗੇ, ਹੇ ਮੇਰੀ ਜਿਹਬਾ, ਮਾਲਕ ਦੇ ਗੁਣ ਗਾ ਜਿਹਬਾ, ਗੁਣ ਗੋਬਿੰਦ ਭਜੋ। ਮਾਲਕ ਦੇ ਪ੍ਰਭੂ ਦੇ ਗੁਣਾਂ ਨੂੰ ਗਾ, ਉਹਦਾ ਸਿਮਰਨ ਕਰ, ਉਹਦੀ ਬੰਦਗੀ ਕਰ, ਤੇ ਨਾਲ ਕੀ ਕਰ, ਕਾਰਨ ਸੁਣੋ ਹਰਿ ਨਾਮ। ਫਿਰ ਉਸ ਪੌੜੀ ਨੂੰ ਤੁਹਾਡੇ ਸਨਮੁਖ ਰੱਖਾਂ, ਕਾਰਨ ਸੁਣੋ ਹਰਿ ਨਾਮ। ਗੁਰੂ ਅਮਰਦਾਸ ਸਾਹਿਬ ਦੇ ਬੋਲ, ਇਹ ਸਰਵਨ ਹੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ। ਪਠਾਏ ਦਾ ਅਰਥ ਲਾਏ ਨਹੀਂ ਹੁੰਦਾ, ਪਠਾਏ ਦਾ ਅਰਥ ਹੈ ਭੇਜਿਆ ਹੋਇਆ। ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ, ਹੇ ਮੇਰੇ ਸਰਵਨੋ, ਹੇ ਮੇਰੇ ਕੰਨੋ। ਵੈਸੇ ਜਦੋਂ ਉੱਥੇ ਅੰਮ੍ਰਿਤ ਬਚਨ ਪੜ੍ਹੋਗੇ ਨਾ ਜੀ, ਤੇ ਤੁਹਾਨੂੰ ਚਰਨਾਂ ਵਿੱਚ ਰਾਰਾ ਮਿਲੇਗਾ, ਉਹ ਵੱਖਰਾ ਵਿਸ਼ਾ ਉਚਾਰਨ ਦਾ। ਸਰਵਣੋ ਤੇ ਸਰਵਣੋ ਅਰਥ ਚਾਹੇ ਕੰਨਾਂ ਲਈ ਕਰਾਂਗੇ, ਪਰ ਉਚਾਰਨ ਦਾ ਜਿਹੜਾ ਨਾਪ ਤੋਲ ਹੈ ਉਸ ਤਰੀਕੇ ਨਾਲ ਸੁਧਰਦਾ ਤੇ ਵਿਗੜਦਾ ਹੈ। ਸਾਹਿਬ ਕਹਿਣ ਲੱਗੇ, ਹੇ ਮੇਰੇ ਕੰਨੋ, ਹੇ ਮੇਰੇ ਸਰਵਣੋ, ਤੁਹਾਨੂੰ ਇਸ ਸੰਸਾਰ ਤੇ ਸੱਚ ਸੁਣਨ ਲਈ ਭੇਜਿਆ। ਸੱਚ ਕੀ ਹੈ? ਅੱਜ ਸੱਚ ਦੇ ਵੀ ਤੁਸੀਂ ਸਿਆਣੇ ਹੋ, ਸੱਚ ਦੀਆਂ ਵੀ ਬੰਦਿਆਂ ਨੇ ਮਾਪ ਤੋਲ ਆਪਣੇ ਹਿਸਾਬ ਨਾਲ ਬਣਾਏ ਨੇ।
ਜਿਹੜੀ ਗੱਲ ਮੈਂ ਦੂਜੇ ਦੀ ਨਿੰਦਿਆ ਲਈ ਕਹਿਣੀ ਉਹ ਮੈਂ ਕਹਿੰਦਾ ਮੈਂ ਸੱਚ ਕਹਿਣਾ, ਜਿਹੜੀ ਮੇਰੇ ਆਪਣੇ ਤੇ ਢੁਕਦੀ ਹੈ ਮੈਂ ਕਹਿੰਦਾ ਨਹੀਂ ਐਵੇਂ ਕਹਿ ਰਹੇ। ਅਸਲ ਇਹ ਸੱਚ ਨਹੀਂ, ਇਹ ਸੱਚ ਬਦਲਦਾ ਹੈ। ਤੁਸੀਂ ਵੇਖਿਓ ਜਿਹੜਾ ਬੰਦਾ ਅੱਜ ਤੋਂ 10 ਸਾਲ ਪਹਿਲਾਂ ਕੁਝ ਕਹਿ ਰਿਹਾ ਅੱਜ ਕੁਝ ਕਹਿ ਰਿਹਾ, ਉਹ ਸੱਚ ਥੋੜ੍ਹੀ ਹੈ। ਜਦੋਂ ਸੱਚ ਦੀ ਗੱਲ ਆਏ ਨਾ, ਬੰਦਿਆਂ ਦੇ ਸ਼ਬਦਾਂ ਨੂੰ ਸੱਚ ਨਾ ਕਿਹਾ ਕਰੋ। ਸੱਚ ਕੇਵਲ ਹੈ ਰੱਬ ਦਾ ਨਾਮ, ਸੱਚ ਕੇਵਲ ਹੈ ਪ੍ਰਮਾਤਮਾ ਖੁਦ, ਪ੍ਰਮਾਤਮਾ ਹੀ ਬਾਣੀ। ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ। ਅੱਗੇ ਦੱਸਿਆ ਵੀ ਸੱਚ ਕੀ ਹੈ, ਕਰਨ ਸੁਣੋ ਹਰ ਨਾਮ। ਸੱਚ ਕੀ ਹੈ? ਸੱਚ ਹੈ ਸੁਣਨਾ ਨੋ ਪਠਾਏ। ਸੱਚ ਸੁਣ ਲਈ ਭੇਜਿਆ ਤੇ ਲਾਇਆ ਕਿੱਥੇ? ਸਰੀਰ ਲਾਏ। ਹੁਣ ਖੁਲਾਸਾ ਹੋਏਗਾ ਕਿ ਸੱਚ ਹੈ ਕੀ? ਸੁਣੋ ਸੱਤ ਬਾਣੀ। ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ ਨਾ ਸੱਤ ਹੈ, ਸੱਤੈ ਤੋਂ ਤਦ ਭਾਵ ਹੋ ਕੇ ਸੱਤ, ਤੇ ਸੱਤ ਤੋਂ ਹੀ ਪੰਜਾਬੀ ਰੂਪ ਸੱਚ ਬਣਿਆ ਹੈ। ਸੱਚ ਹੈ ਸੁਣਨਾ ਨੂੰ ਪਠਾਏ ਸਰੀਰ ਲਾਏ, ਸੁਣੋ ਸੱਤ ਬਾਣੀ। ਫਿਰ ਬੇਨਤੀ ਹੈ, ਫਿਰ ਹੋਏਗਾ ਕਿ ਜਿਤ ਸੁਣੀ ਮਨ ਤਨ ਹਰਿਆ ਹੋਆ। ਹੁਣ ਧਿਆਨ ਦੇਣਾ ਜੀ, ਕਾਰਨ ਸੁਣੋ ਹਰ ਨਾਮ। ਬਾਣੀ ਕੰਨਾਂ ਨੇ ਸੁਣੀ ਹੈ। ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਮਨ 'ਚ ਖੇੜਾ ਆ ਗਿਆ, ਤਨ 'ਤੇ ਵੀ ਖੇੜਾ ਆ ਗਿਆ। ਇਹਦਾ ਮਤਲਬ ਹੈ ਚਾਹੇ ਅਸੀਂ ਮਨ ਕਰਕੇ ਨਿਰਾਸ਼ ਹਾਂ, ਚਾਹੇ ਮਨ ਕਰਕੇ ਦੁਖੀ ਹਾਂ, ਤੇ ਚਾਹੇ ਤਨ ਕਰਕੇ ਰੋਗੀ ਹਾਂ। ਬੜੇ ਧਿਆਨ ਨਾਲ ਸੁਣਨਾ, ਇਹਦਾ ਸਾਰੇ ਦਾ ਟਰੀਟਮੈਂਟ ਕੀ ਹੈ, ਇਹਦੀ ਸਾਰੇ ਦੀ ਵੈਕਸੀਨੇਸ਼ਨ ਕੀ ਹੈ, ਇਹਦਾ ਸਾਰੇ ਦਾ ਇਲਾਜ ਕੀ ਹੈ? ਇੱਕੋ ਹੀ ਹੈ, ਬਾਣੀ ਸੁਣਨੀ ਪਏਗੀ। ਗੁਰੂ ਗ੍ਰੰਥ ਸਾਹਿਬ ਨੇ ਵਾਰ-ਵਾਰ ਇੱਕ ਬਚਨ ਕਿਹਾ, ਜਪਜੀ ਸਾਹਿਬ ਤੋਂ ਆਰੰਭ ਹੋ ਜਾਓ। ਪਹਿਲੀ ਗੱਲ ਤੇ ਬਾਣੀ ਦਾ ਸਰਲੇਖ ਹੀ ਦੱਸਦਾ, ਬੇਨਤੀ ਉੱਥੇ ਕਰ ਰਿਹਾ, ਕਾਰਨ ਸੁਣੋ ਹਰ ਨਾਮ। ਗੱਲ ਇੱਥੋਂ ਸ਼ੁਰੂ ਹੋਏਗੀ। ਜਪਜੀ ਸਾਹਿਬ ਬੜੇ ਧਿਆਨ ਨਾਲ ਸੁਣਨਾ ਜੀ। ਜਪ ਦੇ ਅਰਥ ਵੀ ਇਹ ਵਿਦਵਾਨ ਕਰਦੇ ਨੇ। ਬਾਣੀ ਅਸੀਂ ਪੜ੍ਹਦੇ ਹਾਂ, ਇਸ ਬੇਨਤੀ ਨੂੰ ਪੱਲੇ ਬੰਨਿਓ। ਜਪਦੇ ਬਹੁਤ ਘੱਟ ਆ। ਵਿਦਵਾਨ ਸੱਜਣਾ ਨੂੰ ਪੜ੍ਹੋਗੇ, ਸੁਣੋਗੇ, ਗੱਲ ਤੁਹਾਡੇ ਪਕੜ 'ਚ ਆਏਗੀ। ਬਾਣੀ ਪੜ੍ਹਨੀ ਬਹੁਤ ਸੁਖਾਲੀ ਹੈ। ਅਸੀਂ ਤੇ ਪੜ੍ਹਦੇ ਵੀ ਨਹੀਂ ਨਾ। ਪੜ੍ਹਨੀ ਸੁਖਾਲੀ ਹੈ, ਪਰ ਜਪਦਾ ਕੋਈ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਾਂਗੇ ਤੇ ਮੁੱਢਲੀ ਬਾਣੀ ਹੈ ਜਪ, ਜਿਹਨੂੰ ਆਪਾਂ ਸਤਿਕਾਰ ਨਾਲ ਜਪਜੀ ਸਾਹਿਬ ਕਹੇ ਨੇ। ਇਸ ਸਰਲੇਖ ਨੂੰ ਕੇਵਲ ਜਪਜੀ ਸਾਹਿਬ ਨਾਲ ਨਾ ਜੋੜਿਓ, ਜੋੜਨਾ ਹੈ ਪਰ ਕੇਵਲ। ਵੀ ਤੁਸੀਂ ਕਹੋ ਵੀ ਇਹ ਸਰਲੇਖ ਹੈ ਜਪ, ਤੇ ਇਹਦਾ ਮਤਲਬ ਹੈ ਜਿੰਨੀ ਨਾਮ ਧਿਆਇਆ ਤੇ ਜਾ ਕੇ ਇਹਦਾ ਖਤਮ ਹੋ ਗਿਆ ਕੰਮ। ਨਹੀਂ, ਇਸ ਬਾਣੀ ਨੂੰ ਅੱਗੇ ਰੱਖਿਆ ਹੀ ਤਾਂ ਹੈ। ਜਦੋਂ ਕਦੇ ਸਾਹਿਤ ਦੀ ਦੁਨੀਆ ਨੂੰ ਪੜ੍ਹੋਗੇ ਨਾ ਜੀ, ਵਰਨਾ ਬੜੇ ਧਿਆਨ ਨਾਲ ਸੁਣਿਆ ਜੇ, ਨੁਕਤੇ ਕਰਨ ਸੁਣੋ ਹਰ ਨਾਮ। ਵਰਨਾ ਗੁਰੂ ਗ੍ਰੰਥ ਸਾਹਿਬ ਦੀ ਸਮੱਗਰ ਬਾਣੀ ਚੋਂ ਜਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਚੋਂ ਗੁਰੂ ਸਾਹਿਬ ਦੀ ਛੇਕੜਲੀ ਬਾਣੀ ਹੈ ਜੀ ਜਪਜੀ ਸਾਹਿਬ। ਛੇਕੜਲੀ ਸਮਝਦੇ ਹੋ? ਅਖੀਰਲੀ ਪਹਿਲੀ ਬਾਣੀ ਪੱਟੀ ਲਿਖੀ ਹੈ। ਜਪਜੀ ਸਾਹਿਬ ਨੂੰ ਵੱਖਰੇ ਥਾਵਾਂ ਤੇ ਉਚਾਰਿਆ। ਕੋਈ ਗੋਰਖ ਮਤੇ ਪੌੜੀਆਂ ਉਚਾਰੀਆਂ, ਮੁੰਦਾ ਸੰਤੋਖ ਭੁਗਤ ਗਿਆਨ ਵਾਲੀਆਂ, ਕੋਈ ਪੌੜੀ ਕਿਤੇ ਉਚਾਰੀ, ਕੋਈ ਸਿੱਧਾਂ ਦੇ ਕੋਲ ਉਚਾਰੀ, ਪਰ ਇਕੱਠੀ ਕੀਤੀ ਸਮੱਗਰ ਜਪਜੀ ਸਾਹਿਬ। ਕਰਤਾਰਪੁਰ ਸਾਹਿਬ ਯਾਦ ਰੱਖਿਓ, ਅੱਜ ਕੱਲ੍ਹ ਪਾਕਿਸਤਾਨ, ਉੱਥੇ ਲਿਆ ਕੇ ਸਮੱਗਰ ਬਾਣੀ ਇਕੱਠੀ ਕਰਕੇ ਇਹਨੂੰ ਨਾਮ ਦਿੱਤਾ ਜਪ। ਧਿਆਨ ਨਾਲ ਸੁਣਿਓ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਪੋਥੀ ਸਾਹਿਬ ਦੇ ਰੂਪ 'ਚ ਬਾਣੀਆਂ ਰਹੀਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ, ਸੰਪਾਦਨਾ ਹੋਈ, ਤੇ ਪਹਿਲਾ ਥਾਂ ਦਿੱਤਾ ਜਪ ਨੂੰ। ਕਾਰਨ ਜੇ ਬਾਣੀ ਬਾਅਦ 'ਚ ਹੈ, ਬਾਅਦ 'ਚ ਉਚਾਰੀ ਜਾਂਦੀ ਹੈ, ਪਹਿਲਾਂ ਕਿਉਂ? ਬਹੁਤ ਵੱਡਾ ਇੱਕ ਰੀਜ਼ਨ ਹੈ, ਕਾਰਨ ਹੈ, ਰੂਹਾਨੀ ਬਖਸ਼ਿਸ਼ ਹੈ ਗੁਰੂ ਦੀ ਸਾਡੇ ਸਮਝ ਆਏ। ਕੇਵਲ ਇਸ ਨੂੰ ਜਪਜੀ ਸਾਹਿਬ ਨਾਲ ਜੋੜ ਕੇ ਨਹੀਂ ਵੇਖਣਾ। ਸਾਹਿਬ ਕਹਿੰਦੇ ਸਿੱਖਾ ਕਾਰਨ ਸੁਣੋ ਹਰ ਨਾਮ। ਸਾਰੀ ਬਾਣੀ ਦਾ ਜਪ ਕਰ, ਜਪਜੀ ਸਾਹਿਬ ਦਾ ਵੀ ਜਪ ਕਰ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਵੀ ਜਪ ਕਰ। ਜਪ ਕੀ ਹੁੰਦਾ ਜੀ? ਜਪ ਦੇ ਸੌਖੇ ਅਰਥ ਹੁੰਦੇ ਨੇ, ਰਸਨਾ ਨਾਲ ਪੜ੍ਹਨਾ, ਕੰਨਾਂ ਨਾਲ ਸੁਣਨਾ। ਜੇ ਮੈਂ ਬਾਣੀ ਪੜ੍ਹ ਰਿਹਾ ਨਾਲ ਸੁਣ ਰਿਹਾ, ਸਮਝੋ ਜਪ ਹੋ ਰਿਹਾ। ਜੇ ਮੈਂ ਕੇਵਲ ਪੜ੍ਹ ਰਿਹਾ, ਫਿਰ ਜਪ ਨਹੀਂ ਹੋ ਰਿਹਾ, ਮੈਂ ਪੜ੍ਹ ਰਿਹਾ ਹਾਂ। ਅੱਜ ਦੇ ਪਾਵਨ ਸ਼ਲੋਕ ਸਾਹਿਬ ਨੇ ਕਿਰਪਾ ਕੀਤੀ ਹੈ, ਕਹਿਣ ਲੱਗੇ ਮਾਲਕ ਦੇ ਨਾਮ ਦਾ ਜਪ ਕਰ। ਹੁਣ ਇਹ ਜਪ ਦਾ ਹੀ ਤਰੀਕਾ ਨਾ, ਜਿਹਬਾ ਗੁਣ ਗੋਬਿੰਦ ਭਜੋ। ਇਹ ਮੇਰੀ ਜੇਬਾ ਮਾਲਕ ਦੇ ਗੁਣ ਗਾ, ਉਹਦੇ ਗੁਣਾਂ ਨੂੰ ਭਜ, ਜਪ। ਜਪ ਕਿਵੇਂ ਹੋਏਗਾ? ਕਾਰਨ ਸੁਣੋ ਹਰ ਨਾਮ। ਇਹਨੂੰ ਕੰਨਾਂ ਨਾਲ ਸੁਣ। ਚਲੋ ਫਿਰ ਇੱਕ ਇਤਿਹਾਸਕ ਨੁਕਤਾ ਤੁਹਾਡੇ ਸਨਮੁਖ ਰੱਖਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਸਾਹਿਬ ਰਾਜਦੇ ਨੇ। ਸੁਣਨਾ
ਤੇ ਆਪ ਜੀ ਜਾਣਦੇ ਹੋ ਜੁਮੇ ਦਾ ਦਿਨ ਆਇਆ, ਇਹ ਤੋਂ ਪਹਿਲਾਂ ਸਾਹਿਬ ਨੇ ਸ਼ਮਸ਼ਾਨ ਭੂਮੀ ਹੋਕਾ ਮਾਰਿਆ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਇੱਕ ਦੀ ਗੱਲ ਕੀਤੀ, ਇੱਕ ਪ੍ਰਭੂ ਦੀ ਗੱਲ ਕੀਤੀ, ਇੱਕ ਮਨੁੱਖਤਾ ਦੀ ਗੱਲ ਕੀਤੀ, ਇੱਕ ਇਨਸਾਨੀਅਤ ਦੀ ਗੱਲ ਕੀਤੀ। ਤੇ ਜਦੋਂ ਉਹਨਾਂ ਨੇ ਕਿਹਾ ਵੀ ਨਮਾਜ਼ ਅਦਾ ਕਰ, ਜੇ ਤੂੰ ਇਹ ਮੰਨਦਾ ਸਾਰੇ ਇੱਕ ਨੇ, ਆਪਾਂ ਗੱਲ ਸੰਖੇਪ ਕਰ ਰਹੇ, ਕਰਨ ਸੁਣੋ ਹਰ ਨਾਮ। ਮਸਜਿਦ ਵਿੱਚ ਚਲੇ ਜਾਂਦੇ ਨੇ, ਜੁਮੇ ਦੀ ਨਮਾਜ਼ ਹੈ, ਇੱਕ ਪਾਸੇ ਮੌਲਵੀ ਖੜਾ ਹੈ, ਇੱਕ ਪਾਸੇ ਨਵਾਬ ਦੌਲਤ ਖਾਂ ਖੜਾ ਹੈ, ਲੋਕ ਖੜੇ ਨੇ, ਇਮਾਮ ਬਣਿਆ ਮੌਲਵੀ, ਨਮਾਜ਼ ਅਦਾ ਹੋ ਗਈ। ਨਮਾਜ਼ ਅਦਾ ਹੋਣ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਸਾਖੀ ਤੁਸੀਂ ਸੁਣੀ, ਆਪਾਂ ਸਿਧਾਂਤ ਕੱਢਣ ਲੱਗੇ, ਕਾਰਨ ਸੁਣੋ ਹਰ ਨਾਮ। ਗੁਰੂ ਨਾਨਕ ਸਾਹਿਬ ਨੂੰ ਮੌਲਵੀ ਪੁੱਛਦਾ ਹੈ, ਕਹਿਣ ਲੱਗਾ ਸੀ ਨਮਾਜ਼ ਅਦਾ ਕਰਦੇ ਸੀ, ਤੁਸੀਂ ਮੁਸਕਰਾ ਰਹੇ ਸੀ, ਹੱਸ ਰਹੇ ਸੀ, ਤੋਹੀਨ ਹੋਈ ਨਾ। ਆਪਾਂ ਅਰਦਾਸ ਕਰਦੇ ਹੋਈਏ, ਈਵਨ ਕਿ ਕਥਾ ਹੀ ਹੋ ਰਹੀ ਹੈ, ਕੀਰਤਨ ਹੁੰਦਾ ਹੋਵੇ, ਕੋਈ ਵਿੱਚ ਬੈਠਾ ਹਾਸਾ ਕੱਢੀ ਜਾਏ, ਆਪਾਂ ਨੂੰ ਬੁਰਾ ਲੱਗੇਗਾ, ਸੁਭਾਵਕ ਹੈ, ਨਹੀਂ ਹੋਣਾ ਚਾਹੀਦਾ ਸੀ। ਤੇ ਉਹਨੂੰ ਤੇ ਧੰਨ ਗੁਰੂ ਨਾਨਕ ਸਾਹਿਬ ਤੋਂ ਉਮੀਦ ਰੱਖਦੇ ਨੇ। ਉਹਨਾਂ ਨੇ ਕਿਹਾ ਤੁਸੀਂ ਹੱਸ ਰਹੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੋਲ, ਕਹਿਣ ਲੱਗੇ ਦੌਲਤ ਖਾਂ ਨਵਾਬ ਮੌਲਵੀ ਜੀ, ਮੈਂ ਅੱਲਾ ਦੀ ਨਮਾਜ਼ ਤੇ ਨਹੀਂ ਹੱਸਿਆ, ਮੈਨੂੰ ਹਾਸਾ ਆਇਆ ਜ਼ਰੂਰ ਹੈ, ਮੈਂ ਤੁਹਾਡੀ ਵਸਤਾ ਤੇ ਹੱਸਿਆ। ਲੋਕਾਂ ਨੂੰ ਲੱਗ ਰਿਹਾ ਤੁਸੀਂ ਨਮਾਜ਼ ਪੜ੍ਹ ਰਹੇ ਹੋ, ਪਰ ਤੁਹਾਡਾ ਤੇ ਧਿਆਨ ਹੈ ਹੀ ਨਹੀਂ, ਨਮਾਜ਼ ਵਾਲੀ ਤੇ ਗੱਲ ਹੀ ਦੂਰ ਹੈ। ਕਹਿਣ ਲੱਗੇ ਮਤਲਬ, ਤੇ ਆਪ ਜੀ ਇਤਿਹਾਸ ਨੂੰ ਸੁਣਦੇ ਹੋ, ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਦੌਲਤ ਖਾਂ, ਸਰੀਰ ਨਮਾਜ਼ ਨਹੀਂ ਪੜ੍ਹਦਾ, ਬੜੇ ਧਿਆਨ ਨਾਲ ਸੁਣਿਓ, ਤੇ ਸਰੀਰ ਨਮਾਜ਼ ਨਹੀਂ ਪੜ੍ਹਦਾ, ਸੁਰਤ ਕਦੇ ਘੋੜੇ ਨਹੀਂ ਖਰੀਦਦੀ। ਘੋੜੇ ਖਰੀਦਣ ਲਈ ਸਰੀਰ ਦਾ ਜਾਣਾ ਜ਼ਰੂਰੀ ਹੈ, ਨਮਾਜ਼ ਪੜ੍ਹਨ ਲਈ ਸੁਰਤ ਦਾ ਹੋਣਾ ਜ਼ਰੂਰੀ ਹੈ। ਸ਼ਬਦ ਗੁਰੂ ਸੁਰਤ ਧੁਣ ਕੇਲਾ ਨਾ, ਸਰੀਰ ਧੁਣ ਕੇਲਾ ਥੋੜ੍ਹੀ ਹੈ। ਫਿਰ ਯਾਦ ਰੱਖਿਓ, ਕੰਨ ਵੀ ਤਦ ਸੁਣਨਗੇ ਜੇ ਧਿਆਨ ਸੁਣਨ ਵੱਲ ਹੋਏਗਾ। ਕੰਨ ਤੇ ਉਹ ਬੰਦੇ ਦੇ ਵੀ ਲੱਗੇ ਹੁੰਦੇ ਨੇ ਜਿਹੜਾ ਬੋਲਾ ਹੁੰਦਾ ਜੀ, ਕੰਨ ਆਪਣੇ ਵਰਗੇ ਹੁੰਦੇ ਨੇ ਉਹਦੇ, ਪਰ ਉਹਦੇ ਕੋਲ ਉਹ ਸਿਸਟਮ ਨਹੀਂ ਹੈ। ਕਾਦਰ ਨੇ, ਰੱਬ ਜੀ ਨੇ ਉਹਦੇ ਬ੍ਰੇਨ ਦਾ ਉਹ ਸੈਂਸਰ ਬਲੌਕ ਕੀਤਾ ਹੋਇਆ, ਤੇ ਜਿਹਦਾ ਜਮਾਂਦਰੂ ਬਲੌਕ ਹੋਵੇ, ਤੁਸੀਂ ਦੁਨੀਆ 'ਚ ਵੇਖਿਓ ਡਾਕਟਰ ਹੱਥ ਖੜੇ ਕਰ ਦਿੰਦੇ ਨੇ, ਜਮਾਂਦਰੂ ਰੋਗ ਰੱਬ ਹੀ ਕੱਟਦਾ ਹੈ, ਉਹੀ ਲਾਉਂਦਾ ਹੈ। ਖੈਰ, ਜਦੋਂ ਇਹ ਗੱਲ ਸਾਹਿਬ ਜੀ ਨੇ ਬਚਨ ਕਹੇ, ਤੇ ਉਸ ਸਮੇਂ ਨਵਾਬ ਨੇ ਕਿਹਾ ਮਤਲਬ ਤੁਹਾਡਾ, ਸਾਹਿਬ ਕਹਿਣ ਲੱਗੇ ਤੁਸੀਂ ਪੜ੍ਹੀ ਨਹੀਂ। ਮੌਲਵੀ ਨੂੰ ਵੀ ਜਵਾਬ ਦਿੱਤਾ, ਗੱਲ ਹੈ ਕਰਨ ਸੁਣੋ ਹਰ ਨਾਮ। ਉਹਨਾਂ ਫਿਰ ਬੇਨਤੀ ਕੀਤੀ ਇੱਕ ਜਿਹਨੂੰ ਸਾਨੂੰ ਸਮਝਣ ਦੀ ਲੋੜ ਹੈ। ਮੌਲਵੀ ਕਹਿਣ ਲੱਗਾ, ਦੌਲਤ ਖਾਂ ਨਵਾਬ ਕਹਿਣ ਲੱਗਾ, ਸਤਿਗੁਰੂ ਇਹ ਕੰਮ ਤਾਂ ਰੋਜ਼ ਹੁੰਦਾ, ਇਹ ਅੱਜ ਨਹੀਂ ਹੋਇਆ ਵੀ ਅਸੀਂ ਨਮਾਜ਼ ਇੱਥੇ ਪੜ੍ਹਦੇ ਹਾਂ ਤੇ ਧਿਆਨ ਜਿਹੜਾ ਸੁਰਤ ਆ ਜਿਹੜੀ ਘੋੜੇ ਖਰੀਦੀ, ਤਾਂ ਰੋਜ਼ ਹੁੰਦਾ ਸਾਡੇ ਨਾਲ। ਅੱਜ ਘੋੜੇ ਖਰੀਦਦੇ ਹਾਂ, ਕਦੇ ਕਿਤੇ ਧਿਆਨ ਹੁੰਦਾ, ਕਦੇ ਕਿਤੇ ਹੁੰਦਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ, ਬੇਨਤੀ ਕਰੋ ਸਤਿਗੁਰੂ ਇਹ ਰੋਗ ਤੋਂ ਸਾਨੂੰ ਵੀ ਨਿਵਰਤੀ ਮਿਲੇ। ਸਾਨੂੰ ਵੀ ਲੱਗਾ ਹੋਇਆ ਕਿਸੇ ਵਿਰਲੇ ਨੂੰ ਛੱਡ ਕੇ, ਆਪਣੇ ਨਾਲ ਨਹੀਂ ਹੁੰਦਾ। ਪਾਠ ਹੋ ਰਿਹਾ, ਪਾਠ ਕਰਨ ਵਾਲਾ ਬੜੇ ਪਿਆਰ ਨਾਲ ਪਾਠ ਕਰ ਰਿਹਾ, ਸਾਡਾ ਧਿਆਨ ਸਰੋਤ ਵਿੱਚ ਨਹੀਂ ਹੁੰਦਾ। ਔਰ ਫਿਰ ਯਾਦ ਰੱਖਣਾ, ਜਿੰਨੀ ਦੇਰ ਮੇਰਾ ਧਿਆਨ ਸੁਣਨ ਵਿੱਚ ਨਹੀਂ ਹੈ, ਉਨਾ ਦੇਰ ਮੈਂ ਆਪਣੇ ਨੇੜੇ ਨਹੀਂ ਹੋ ਸਕਦਾ। ਆਪਣੇ ਆਪ ਨੂੰ ਮੈਂ ਸੁਣ ਕੇ ਹੀ ਵੇਖ ਸਕਦਾ, ਤੇ ਕਦੇ ਅਸੀਂ ਸੁਣਨ ਦਾ ਯਤਨ ਕੀਤਾ? ਮਨੁੱਖ ਰੋਜ਼ ਦੁਖੀ ਹੋ ਰਿਹਾ, ਮਨ ਕਰਕੇ ਦੁਖੀ ਹੋ ਰਿਹਾ, ਸਰੀਰ ਕਰਕੇ ਰੋਗੀ ਹੋ ਰਿਹਾ। ਕਿਉਂ? ਕਿਉਂਕਿ ਆਪਣੇ ਤੋਂ ਦੂਰ ਨੱਸ ਰਿਹਾ। ਆਪਣੇ ਨੇੜੇ ਲਿਆਏਗਾ ਇਹਨੂੰ ਸ਼ਬਦ, ਸ਼ਬਦ ਹੀ ਇਹਨੂੰ ਪ੍ਰਭੂ ਨੇੜੇ ਕਰੇਗਾ, ਸ਼ਬਦ ਹੀ ਇਹਨੂੰ ਆਪਣੇ ਆਪ ਦੇ ਨੇੜੇ ਕਰੇਗਾ। ਕਰਨ ਸੁਣੋ ਹਰ ਨਾਮ। ਜਦੋਂ ਫਿਰ ਗੱਲ ਮੁਕਾਈਏ, ਦੌਲਤ ਖਾਂ ਨਵਾਬ ਨੇ ਪੁੱਛਿਆ, ਕਹਿਣ ਲੱਗੇ ਇਹਦਾ ਇਲਾਜ ਕੀ ਹੈ? ਚਲੋ ਰੋਗ ਤੇ ਸਾਨੂੰ ਪਤਾ ਲੱਗ ਗਿਆ, ਸਾਨੂੰ ਲੱਗਾ ਹੀ ਹੋਇਆ। ਤੇ ਸਤਿਗੁਰੂ ਨੇ ਉੱਥੇ ਬਚਨ ਕਹਿਣ ਲੱਗੇ, ਭਲਿਓ ਇਹਦਾ ਇੱਕੋ ਹੀ ਇਲਾਜ ਹੈ, ਜੋ ਬੋਲਦੇ ਹੋ ਨਾ ਉਹਨੂੰ ਸੁਣਿਆ ਕਰੋ, ਨਮਾਜ਼ ਅਦਾ ਕਰਦੇ ਹੋ ਇਹਨੂੰ ਸੁਣੋ। ਤੇ ਅੱਜ ਧਰਮ ਦੀ ਦੁਨੀਆ 'ਚ ਅੱਜ ਵੀ ਲੋੜ ਹੈ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਪਾਠ ਹੁੰਦਾ, ਜਾਂ ਅਸੀਂ ਕਰਦੇ ਹਾਂ ਆਪਣੇ ਲਈ ਕਰਦੇ ਹਾਂ, ਜਾਂ ਸੁਣਾਉਣ ਲਈ ਕਰਦੇ ਹਾਂ, ਜਾਂ ਅਸੀਂ ਸੁਣ ਰਹੇ ਹਾਂ। ਤੇ ਜਪਜੀ ਸਾਹਿਬ, ਜਪ ਤੋਂ ਗੱਲ ਆਰੰਭ ਹੋ ਗਈ, ਜਪ ਦਾ ਤਰੀਕਾ ਇਹ ਹੋ ਗਿਆ, ਬੋਲਣਾ ਤੇ ਸੁਣਨਾ, ਇਹਨੂੰ ਜਪ ਕਹਿੰਦੇ ਨੇ। ਇਹ ਤੋਂ ਬਾਅਦ ਫਿਰ 4 ਪੌੜੀਆਂ ਆਈਆਂ। ਸੋਚਿਆ ਕਦੇ 2 ਪੌੜੀਆਂ ਨਾਲ ਵੀ ਗੱਲ ਬਣ ਜਾਣੀ ਸੀ, ਇੱਕ ਵਾਰੀ ਕਹਿੰਦੇ ਤਾਂ ਵੀ ਗੱਲ ਬਣ ਜਾਣੀ ਸੀ। ਸੁਣਿਆ ਦੀਆਂ 4 ਪੌੜੀਆਂ ਨੇ। ਕਾਰਨ ਹੈ, ਯਾਦ ਰੱਖਿਆ ਜੇ, ਸੁਣਦਿਆਂ ਸੁਣਦਿਆਂ ਜਿਸ ਦਿਨ ਧਿਆਨ ਨਾਲ ਸੁਣਿਆ,
उदे ही मनण विच आएगा। तो जिदे मनण विच आ गया उदे पंच प्रवान पंच प्रधान पंचे पावै दरगह मान उदे मालक के दर ते वडियाई मिलती है। ये तो बाद अगे चले फिर सुनन की गल करन सुनो हर नाम। धन गुरु अमरदास साहब रोज़ अपने ते कृपा करते हैं। असी दुनिया ते अज तरीका लभदे इत्थे दूजी बेनती सुनियो करन सुनो हर नाम। वो ये है तुहाडे सब दे चरणों च बड़े प्यार ते सत्कार सहज नाल समझियो इस गल नूं। दुनिया ते किसी भी रोग का इलाज जां सारे रोगों का इलाज एक डॉक्टर कोले नहीं। अक्सर दास बेनती करदा कन्नां दा डॉक्टर अखां दा डॉक्टर हट दा जिहड़ा अलहदा अलहदा ने अलहदा ने ना स्कैन का अलहदा। कोई इहो जिहा डॉक्टर दुनिया ते है जी जिहड़ा इक्को ही थां ते तुहाडा इलाज कर देवे सारे अंगां दा। हॉस्पिटल एक हो सकता प्लेस एक हो सकती है जगह एक हो सकती है डॉक्टर डिफरेंट डिफरेंट होणगे पर जिहड़े चरनां च बैठे हो ना सिखो जे भरोसा आ जाए ना सानू ये ऐसा डॉक्टर है जिहड़े सारे रोगों का इलाज करता है। पर एक तरीका है दुख रोग संताप उतरे करन सुनो हर नाम। किदां उतरदे दुख रोग संताप उतरे सुनी सच्ची बाणी। असी विश्वास किया इस पंक्ति के कहते घट्टो घट बाणी पढ़न वाला सिख दो बार ये पंक्ति पढ़ता सुबह शाम। आनंद साहब सुबह भी करांगे शाम को भी करांगे। कदे बलीव होया कदे विश्वास होया कदे अंतरात्मे गल का भरोसा बनया भी सतगुरु तुसी ये बचन कहे है तो मैं सुना। किन्ने आपां सज्जण जिहड़े गुरु ग्रंथ साहिब नूं घर लिजा के सहज पाठ करने आ अखंड पाठ साहिब हुंदा सच्चाई नाल ते आपां कदे बह के सुनिया होवे। अज तो बाद ये तरीका वरतिओ कारण सुनो हर नाम। सच्चाई जे ये मेरा कोई दावा नहीं ये गुरु ग्रंथ साहिब का दिता होया भरोसा है तुहानूं। ते जो गुरु ने बचन कहता सतगुर की बाणी सत सत कर जानो गुर सिखो हर करता आप मोहों कढ़ाए नूं मन्नियो कारण सुनो हर नाम। ये तो एक प्रमाण होर दे अगे चलण तो पहला सुखमनी साहिब पढ़दे हो साहब ने इक्को पंक्ति च भरोसा दे दिता कहन लगे रोग अनेक ने इलाज इक्को है। दुनिया तो नहीं ऐसा जी गुरमत की पैथी है गुरमत ट्रीटमेंट पैथी है गुरमत के इलाज का तरीका सौखा। सर्ब रोग का औखद नाम कल्याण रूप मंगल गुणगाम गौने असी। इत्थे एक कारण है फिर बेनती कर रहे हैं ताकि गल पल्ले पै जाए सब दे। असी पढ़ रहे हैं कोई शक नहीं सुखमनी साहिब के 5 पाठ किए सच जाने सुनिया 5 पंक्तियां भी ने। ਇਹਦਾ तजर्बा तुसी करियो। धन गुरु नानक साहब ने दौलत खान को समझाया ਇਹਦਾ कारण है क्योंकि ਜਿਹੜਾ ਮਨ है ना दो गल्लां सुनियो कारण सुनो हर नाम। ਮਨ है ਜਿਹੜਾ ਉਹ ਧਿਆਨ ਤੇ ਬਾਹਰ ਜਾਂਦਾ ਧਿਆਨ ਵੱਖਰੀ चीज़ है मन ਵੱਖਰੀ चीज़ है। सुनियो जे ध्यान बाहर जाएगा तो मन बाहर जाएगा जे मन बाहर जाएगा तो तुहाडे ज्ञान कर मिंदरे ना संपर्क टुट जाएगा हैन कन नाल पर मन बाहर है ध्यान बाहर है सुनेगा कौन। इसलिए मन बाहर ना जाए ध्यान नूं रोकना पएगा। तो ध्यान किद्दां रुकेगा ध्यान रोकण का इक्को तरीका है जो बोल रहे हो उहनूं सुनो। बिना बोलण तो जिहड़ा ध्यान है ना सुनना ध्यान नाल जी कन सुनो हर नाम। बिना बोलण तो बिना सुनन तो जिहड़ा ध्यान है गुरमत ने उहनूं प्रवान नहीं किया। जपजी साहिब पढ़दे हो कोई बंदा बोल नहीं रहा सिमरन नहीं कर रहा वाहिगुरु नहीं जप रहा बाणी नहीं पढ़ रहा केवल बह गया वह ध्यान नहीं टिकेगा। जपजी साहिब पढ़दे हो ना चुप है चुप ना हो गई उन्हें ध्यान टिकाउण का यतन किया पर मन नहीं टिकया मन चुप नहीं होया। जे लाए रहा लिवतार लगातार ध्यान जोड़े नहीं चुप हुंदा मन ध्यान जोड़ रहा मन नहीं चुप हो रहा। तो गुरु साहिब ने कृपा की कहन लगे अज के पावन श्लोक च तिन्ने काम इकट्ठे होणगे। दौलत खां नूं सिखाया ध्यान नूं सुनन वाल लाओ फिर सुनना। जदों ध्यान सुनन वाल लग जाएगा करन सुनो हर नाम तुहाडा मन है जिहड़ा धोता जान लग जाएगा क्योंकि मन बाहर जाएगा ही। मन साध जिहड़ा ध्यान है ये गड्डी है मन ड्राइवर है। जे गड्डी रुक जाएगी तो ध्यान जिहड़ा ड्राइवर वो रुक जाएगा।
ਜਦੋਂ ਕਰਨ ਸੁਣੋ ਹਰ ਨਾਮ ਹੋਏਗਾ ਨਾ ਜੀ, ਤੇ ਫਿਰ ਕੀ ਹੋਏਗਾ? ਫਿਰ ਮਨ ਧੋਤਾ। ਇਹ ਮੈਥਡ ਹੈ, ਅਗਲੀ ਪੰਕਤੀ ਦਾ ਨਾਲ ਜੋੜ ਰਿਹਾ, ਸੁਣਿਓ। ਤਰੀਕਾ ਹੈ, ਸਤਿਗੁਰੂ ਨੇ ਦਿੱਤਾ ਹੋਇਆ ਉਪਦੇਸ਼ ਤੇ ਆਦੇਸ਼ ਹੈ। ਜਿਵੇਂ ਜਿਵੇਂ ਮਨ ਧੋਤੀ ਦਾ ਗਿਆ, ਫਿਰ ਕੀ ਹੋਏਗਾ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਜਿਵੇਂ ਜਿਵੇਂ ਮਨ ਚੋਂ ਮੈਲ ਨਿਕਲੇਗੀ, ਹੁਣ ਸੁਣਨਾ ਜੀ, ਮਨ ਸਾਫ਼ ਹੁੰਦਾ ਜਾਏਗਾ। ਜਿੰਨਾ ਜਿੰਨਾ ਮਨ ਸਾਫ਼ ਹੁੰਦਾ ਗਿਆ, ਉਹਦੇ ਕੀ ਹੋ ਜਾਏਗਾ? ਇੱਕ ਦਿਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ, ਪਛਾਣ ਇਹਦੀ ਅਵਸਥਾ ਬਣ ਜਾਏਗੀ। ਇਹ ਦੋ ਤਰੀਕੇ ਨੇ ਫਿਰ ਸਮਝਣਾ। ਜਿਹਬਾ ਗੁਣ ਗੋਬਿੰਦ ਭਜੋ, ਇਹ ਮੇਰੀ ਜੇਬਾ ਮਾਲਕ ਦੇ ਗੁਣ ਗਾ, ਪਰ ਗਾਈ ਨਾ, ਨਾਲ ਹੀ ਕੰਨਾਂ ਨੂੰ ਜੋੜ ਲਿਆ। ਕਰਨ ਸੁਣੋ ਹਰ ਨਾਮ, ਕੰਨੋਂ ਤੁਸੀਂ ਸੁਣੋ। ਜਿੱਦੇ ਕੰਨ ਸੁਣਨ ਲੱਗ ਪਏ ਜੀ, ਇਹ ਤੋਂ ਅਗਲੀ ਅਵਸਥਾ ਹੈ ਜਿਹਦਾ ਸਾਹਿਬ ਨੇ ਜ਼ਿਕਰ ਕੀਤਾ ਹੈ। ਕਹੋ ਨਾਨਕ ਸੁਣ ਰੇ ਮਨਾ। ਹੁਣ ਗੱਲ ਮਨ ਤੇ ਆ ਗਈ ਨਾ ਕੰਨਾਂ ਤੋਂ ਬਾਅਦ। ਜਿੱਤ ਸੁਣੀ ਮਨ ਤਨ ਹਰਿਆ ਹੋਆ, ਤੇ ਨਾਲ ਕੀ ਸੀ? ਰਸਨਾ ਰਸ ਸਮਾਣੀ। ਪ੍ਰਮਾਣਾਂ ਨੂੰ ਜੋੜ ਕੇ ਵੇਖਿਓ। ਜਿਹਦੇ ਕੰਨ ਰੱਬ ਦਾ ਨਾਮ ਸੁਣਨਗੇ ਨਾ, ਜੇ ਤੁਸੀਂ ਦੁਨੀਆ ਤੇ ਨਿਸ਼ਾਨੀ ਵੇਖਣੀ ਹੋਵੇ ਗੁਰੂ ਨੇ ਦਿੱਤੀ ਹੋਈ, ਉਹਦੀ ਰਸਨਾ ਵਿੱਚ ਰਸ ਹੋਏਗਾ, ਉਹਦੀ ਰਸਨਾ ਵਿੱਚ ਕਸ਼ਿਸ਼ ਹੋਏਗੀ, ਉਹਦੀ ਰਸਨਾ ਵਿੱਚ ਮਿਠਾਸ ਹੋਏਗੀ, ਕਿਉਂਕਿ ਸੁਣ ਰਿਹਾ। ਜੋ ਸ਼ਬਦ ਨੂੰ ਸੁਣ ਰਿਹਾ ਹੁੰਦਾ ਨਾ, ਗੁਰੂ ਦੇ ਸ਼ਬਦ ਵਿੱਚ ਕਸ਼ਿਸ਼ ਹੈ, ਮੈਗਨੇਟ ਪਾਵਰ ਹੈ, ਖਿੱਚ ਸ਼ਕਤੀ ਹੈ। ਤੇ ਗੁਰੂ ਦਾ ਸ਼ਬਦ ਮਿੱਠੀ ਬਾਣੀ ਅੰਮ੍ਰਿਤਾ। ਬਾਣੀ ਮਿੱਠੀ ਹੈ, ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ ਹੈ। ਤੇ ਜਿਹਨੇ ਨਾਮ ਜਿਹਦੇ ਕੰਨਾਂ ਨੇ ਸੁਣਿਆ, ਫਿਰ ਸਮਝਣਾ ਉਹਦੀ ਰਸਨਾ 'ਚ ਵੀ ਰਸ ਹੋਏਗਾ, ਕਸ਼ਿਸ਼ ਹੋਏਗੀ। ਕਿਉਂ? ਕਿਉਂਕਿ ਕੰਨ ਇੱਕ ਐਸਾ ਥਾਂ ਹੈ, ਇੱਦਾਂ ਸਮਝ ਲਿਓ, ਜੀਭ ਕੜਛੀ ਹੈ, ਕੰਨ ਰਾਹ ਹੈ। ਜਿਵੇਂ ਆਪਾਂ ਕਿਸੇ ਭਾਂਡੇ 'ਚ ਜਿਹੜੀ ਵਸਤੂ ਪਾਉਣੇ ਆ, ਕੜਛੀ ਉਸੇ ਨੂੰ ਕੱਢ ਕੇ ਬਾਹਰ ਕੱਢ ਰੱਖਦੀ ਹੈ ਨਾ। ਜੇਬਾ ਇੱਕ ਕੜਛੀ ਹੈ, ਤੇ ਕੰਨ ਦੁਆਰਾ ਜੋ ਅੰਦਰ ਪਾਇਆ, ਉਹਨੂੰ ਜੇਬਾ ਹੌਲੀ ਹੌਲੀ ਬਾਹਰ ਕੱਢਣ ਲੱਗ ਪੈਂਦੀ ਹੈ। ਕਾਰਨ ਸੁਣੋ ਹਰ ਨਾਮ, ਤੇ ਪ੍ਰਾਪਤੀ ਕੀ ਹੈ? ਸਾਹਿਬ ਨੇ ਬਖਸ਼ਿਸ਼ ਕੀਤੀ, ਕਹੋ ਨਾਨਕ ਸੁਣ ਰੇ ਮਨਾ। ਕਹਿਣ ਲੱਗੇ, ਮਨਾ ਇੱਕ ਗੱਲ ਸੁਣ, ਜੇ ਤੂੰ ਕੰਨਾਂ ਦੁਆਰਾ ਨਾਮ ਸੁਣਨ ਲੱਗ ਜਾਏ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਗਰੰਟੀ ਦਿੰਦੇ ਹੈ, ਪਰ ਹੈ ਨਾ ਜੰਮ ਕੇ ਧਾਮ। ਧਾਮ ਕਹਿੰਦੇ ਆ ਘਰ ਨੂੰ ਸੰਸਕ੍ਰਿਤ ਵਿੱਚ। ਕਹਿਣ ਲੱਗੇ ਜਮਾਂ ਦੀ ਪੁਰੀ ਨੂੰ ਨਹੀਂ ਜਾਏਗਾ। ਹੁਣ ਹਾਲਾਤ ਕੀ ਹੈ? ਜਿਉਂਦਿਆਂ ਵੀ ਰੋਜ਼ ਯਾਦ ਰੱਖਿਆ, ਜੇ ਮਨ ਰੋਜ਼ ਡਰਦਾ, ਰੋਜ਼ ਮਰਦਾ, ਰੋਜ਼ ਦੁਖੀ ਹੁੰਦਾ, ਤੇ ਜੇ ਕਦੇ ਰੱਬ ਦਾ ਨਾਮ ਸੁਣਨ ਲੱਗ ਜਾਏ, ਫਿਰ ਸਾਹਿਬ ਕਿਰਪਾ ਕਰਦੇ ਨੇ। ਕਹਿਣ ਲੱਗੇ ਫਿਰ ਜਮਾਂ ਦੀ ਪੁਰੀ ਤੋਂ ਬਚ ਜਾਏਗਾ, ਪਰ ਹੈ ਨਾ ਜੰਮ ਕੇ ਧਾਮ। ਇੱਕ ਨੁਕਤਾ ਜ਼ਰੂਰ ਉੱਥੇ ਨਾਲ ਖਾਂ, ਕਹੋ ਨਾਨਕ ਸੁਣ ਰੇ ਮਨਾ, ਪਰ ਹੈ ਨਾ ਜੰਮ ਕੇ ਧਾਮ। ਇਹਨੂੰ ਬੜੇ ਪਿਆਰ ਨਾਲ ਸੁਣਿਓ। ਧਰਮ ਦੀ ਦੁਨੀਆ 'ਚ ਹਰੇਕ ਧਰਮੀ ਮਨੁੱਖ ਨੂੰ, ਹਰੇਕ ਪ੍ਰਾਣੀ ਮਾਤਰ ਨੂੰ ਗੁਰੂ ਨੇ ਇੱਕ ਉਪਦੇਸ਼ ਦਿੱਤਾ ਹੈ। ਕਹਿਣ ਲੱਗੇ ਸਭ ਤੋਂ ਵੱਡਾ ਤੇਰੇ ਕਰਨ ਵਾਲਾ ਕੰਮ ਕੀ ਹੈ? ਫਿਰ ਬੇਨਤੀ ਤੁਹਾਡੇ ਚਰਨਾਂ 'ਚ ਰੱਖਾਂ, ਗੁਰੂ ਸਾਹਿਬ ਨੂੰ ਬਚਾਏ। ਅੱਜ ਸਾਡਾ ਬਹੁਤਾ ਧਿਆਨ ਦੂਜਿਆਂ ਤੇ ਹੈ, ਸੱਚਾਈ ਹੈ। ਦੂਜਾ ਕੀ ਕਰਦਾ? ਦੂਜੇ ਤੇ ਧਿਆਨ ਰੱਖਣ ਵਾਲਾ ਕਦੇ ਗੁਰੂ ਦੇ ਬਚਨ ਨੂੰ ਨਹੀਂ ਸੁਣ ਸਕਦਾ। ਕਰਨ ਸੁਣੋ ਹਰ ਨਾਮ। ਜਿਹੜਾ ਸੁਣਨ ਲੱਗ ਪਿਆ, ਉਹਦਾ ਧਿਆਨ ਦੂਜੇ ਤੇ ਜਾਏਗਾ ਹੀ ਨਹੀਂ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ ਨਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜਾ ਗਰੀਬਾਨ ਮੈਂ, ਸਿਰ ਨੀਵਾ ਕਰ ਵੇਖ। ਇਹਨੂੰ ਇੱਦਾਂ ਸਮਝਣਾ ਕਦੇ ਗੁੱਝੇ ਭਾਵ ਨਾਲ। ਸਿਰ ਨੀਵਾ ਕਰ, ਆਪਣੇ ਆਪ ਵੱਲ ਝਾਤੀ ਮਾਰ, ਨੀਵਾ ਹੋ। ਨਿਮਰਤਾ 'ਚ ਆਇਆ ਮਨੁੱਖ ਆਪਣੇ ਆਪ ਨੂੰ ਵੇਖੇਗਾ। ਆਪਣੇ ਆਪ ਨੂੰ ਵੇਖਣ ਵਾਲਾ ਹੋਰ ਨਿਮਰਤਾ 'ਚ ਆਏਗਾ। ਕਿਉਂ? ਉਹਨੂੰ ਆਪਣੇ ਔਗਣ ਦਿਸਣ ਲੱਗ ਜਾਣਗੇ। ਜਦੋਂ ਕੇਵਲ ਦੂਜਿਆਂ ਵੱਲ ਵੇਖੇਗਾ, ਦੂਜੇ ਦੇ ਔਗਣ ਦਿਸਣਗੇ। ਲਾਈਟ ਬੰਦ ਕਰਨ ਵਾਲੀ ਗੱਲ ਜਿਹੜੀ ਆਪਾਂ ਸਮਝੀ ਕਹਾਣੀ ਰਵਾ। ਪਰ ਇਹ ਨਾ ਜੰਮ ਕੇ ਧਾਮ, ਜਦੋਂ ਆਪਣੇ ਔਗਣ ਵੇਖਣ ਲੱਗ ਜਾਏਗਾ, ਫਿਰ ਕੀ ਹੋਏਗਾ? ਫਿਰ ਮਨ ਧੋਤਾ ਜਾਣ ਲੱਗੇਗਾ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਰੱਬੀ ਬਾਣੀ 'ਚ ਬਚਨ ਕਹੇ ਹੈ। ਸਾਹਿਬ ਕਹਿੰਦੇ ਆਪਣੇ ਮਨ ਦੀ ਖੋਜ ਕਰ, ਤੇ ਆਪਣੇ ਮਨ ਨੂੰ ਸੁਧਾਰ। ਬੰਦੇ ਖੋਜ ਦਿਲ ਹਰ ਰੋਜ਼, ਪਰ ਇਹ ਨਾ ਜੰਮ ਕੇ ਧਾਮ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਵੇਖੋ ਮੈਂ ਕਹਿੰਦਾ, ਵੇਸੀ ਕਿੰਨੇ ਅੱਜ ਸਕਾਲੋਜਿਸਟ ਡਾਕਟਰ ਨੇ, ਮਨੋਵਿਗਿਆਨਕ ਡਾਕਟਰਾਂ ਦੇ ਕਤਾਰਾਂ ਦੀਆਂ ਕਤਾਰਾਂ ਲੱਗੀਆਂ। ਸਟਰੈਸ ਹੈ, ਡਿਪਰੈਸ਼ਨ ਹੈ, ਧਨ ਬਹੁਤ ਹੈ, ਦੁਖੀ ਫਿਰ ਵੀ ਹੈ। ਤੇ ਗੁਰੂ ਗ੍ਰੰਥ ਸਾਹਿਬ ਨੇ ਨੁਕਤਾ ਦਿੱਤਾ, ਧਨ ਘੱਟ ਵੀ ਹੋਵੇ ਪਰ ਮਨ ਕਰਕੇ ਦੁਖੀ ਨਹੀਂ ਹੋਏਗਾ। ਤੇ ਇਹ ਸੱਚਾਈ ਹੈ ਸੰਗਤ ਜੀ। ਇਸ ਗੱਲ ਨੂੰ ਜੇ ਕਦੇ ਅਸੀਂ ਸਮਝ ਸਕੀਏ,
ਚਲੋ ਇੱਥੇ ਮੈਂ ਬੇਨਤੀ ਕਰਨ ਲੱਗਾ, ਕਹੋ ਨਾਨਕ ਸੁਣ ਰੇ ਮਨਾ ਪਰਹਿ ਨ ਜਮ ਕਹਿ ਧਾਮ। ਜਦੋਂ ਅਸੀਂ ਮਨ ਖੋਜਣ ਲੱਗ ਪਏ ਤੇ ਮਿਲੇਗਾ ਕਿ ਸਾਹਿਬ ਦੇ ਅੰਮ੍ਰਿਤ ਬਚਨ ਨੇ, ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਵੈ ਨਿਤ ਪਾਈ। ਜਿੱਦੇ ਇਹਨੂੰ ਖੋਜਿਆ ਤੇ ਸਾਹਿਬ ਕਹਿੰਦੇ ਫਿਰ ਕਹੋ ਨਾਨਕ ਸੁਣ ਰੇ ਮਨਾ ਪਰਹਿ ਨ ਜਮ ਕਹਿ ਧਾਮ। ਅਗਲੇ ਸ਼ਲੋਕ ਅੰਦਰ ਕਿਰਪਾ ਕਰਦੇ ਨੇ। ਹੁਣ ਇਹ ਸ਼ਲੋਕ ਸਟੈਪ ਵਾਈਜ਼ ਨੇ, ਜੇ ਕਦੇ ਤੁਸੀਂ ਬੜੇ ਧਿਆਨ ਨਾਲ ਸੁਣੋ ਜੀ। ਅਗਲੀ ਅਵਸਥਾ ਬਦਲ ਗਈ। ਜਿਹਨੇ ਰੱਬ ਦਾ ਨਾਮ ਸੁਣਿਆ ਨਾ ਜੀ, ਉਹ ਮਮਤਾ ਤੇ ਮੋਹ ਤੋਂ ਉੱਪਰ ਉੱਠ ਜਾਂਦਾ। ਇਹ ਨਿਸ਼ਾਨੀ ਹੈ। ਜਿੰਨੀ ਸੰਸਾਰ ਦੀ ਗੱਲ ਸੁਣੋਗੇ ਪਕੜ ਵਧੇਗੀ। ਸ਼ਬਦ ਆਪਣਾ ਅਸਰ ਰੱਖਦਾ। ਬਾਹਰ ਦੇ ਸ਼ਬਦ ਸੁਣੋਗੇ, ਬੁਰੇ ਸ਼ਬਦ ਸੁਣੋਗੇ, ਅਸਭਿਅਕ ਸ਼ਬਦ ਸੁਣੋਗੇ, ਮਨ ਸਭਿਅਕ ਹੋ ਜਾਏਗਾ। ਜਿੱਦਾਂ ਦਾ ਅੰਦਰ ਖਜ਼ਾਨਾ ਪੈ ਗਿਆ ਉੱਦਾਂ ਦਾ ਜੀਭਾ ਕੱਢ ਕੱਢ ਕੇ ਬਾਹਰ ਰੱਖਦੇ। ਬੱਚਾ ਹੈ ਕਿਸੇ ਸਭਿਅਕ ਪਰਿਵਾਰ ਕੋਲ, ਛੱਡੋ, ਬੁਰੇ ਸ਼ਬਦ ਬੋਲਦੇ ਆ, ਗਾਲਾਂ ਵਗੈਰਾ ਕੱਢਦੇ, ਬੱਚਾ ਕੱਢਣ ਲੱਗ ਜਾਂਦਾ। ਹੁਣ ਕਿਤਾਬਾਂ 'ਚ ਥੋੜ੍ਹੀ ਸਿੱਖੀ ਜਾਓ। ਤੇ ਬੱਚਾ ਹੀ ਕਿਸੇ ਕੀਰਤਨ ਵਾਲੇ ਪਰਿਵਾਰ ਕੋਲ, ਧਰਮੀ ਪਰਿਵਾਰ ਕੋਲ ਛੱਡਦੇ ਹੋ, ਉਹ ਰੋਜ਼ ਕੀਰਤਨ ਸੁਣਦਾ ਹੈ, ਉਹ ਕੀਰਤਨ ਬੋਲਣ ਲੱਗ ਪਿਆ। ਕਿਉਂਕਿ ਸ਼ੁੱਧ ਕਾਪੀ ਹੈ, ਬੱਚਾ ਸਾਫ਼ ਕਾਪੀ ਹੈ। ਇੱਦਾਂ ਹੀ ਸਾਡਾ ਮਨ ਹੈ। ਜਦੋਂ ਰੱਬ ਦਾ ਨਾਮ ਜਪਿਆ ਇਹਦੀ ਅਵਸਥਾ ਬਦਲ ਗਈ। ਜੋ ਪ੍ਰਾਨੀ ਮਮਤਾ ਤਜੈ। ਹੁਣ ਇਹ ਆਪਣੇ ਆਪ ਨਹੀਂ ਛੱਡੀ ਜਾਂਦੀ ਮਮਤਾ ਪਕੜ। ਤੇ ਕੀ ਛੱਡ ਦਿੰਦਾ? ਲੋਭ ਮੋਹ ਅਹੰਕਾਰ। ਨਾਮ ਸੁਣਨ ਵਾਲੇ ਦੇ ਅੰਦਰੋਂ ਤਿੰਨ ਗੱਲਾਂ ਨਿਕਲ ਜਾਂਦੀਆਂ। ਲੋਭ ਨਿਕਲ ਜਾਂਦਾ, ਯਾਦ ਰੱਖਿਆ ਜੇ, ਲੋਭ ਰੂਪੀ ਖੂਨ ਨਿਕਲ ਜਾਂਦਾ ਮਨ ਚੋਂ। ਮੋਹ ਪਕੜ ਖਤਮ ਹੋ ਜਾਂਦੀ ਹੈ। ਅਹੰਕਾਰ ਉਹਦੇ ਅੰਦਰ ਤੋਂ ਹਉਮੈ ਖਤਮ ਹੋ ਜਾਂਦੀ। ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਸਮਾਗਮ ਚੱਲਦੇ ਨੇ, ਕੱਲ੍ਹ ਨੂੰ ਪੂਰੀ ਕੌਮ ਨੇ ਮਨਾਉਣਾ ਹੈ। ਇੱਕ ਬੇਨਤੀ ਕਰਨ ਲੱਗਾ ਤੁਹਾਡੇ ਚਰਨਾਂ 'ਚ। ਕੱਲ੍ਹ ਬੇਨਤੀ ਕੀਤੀ ਸੀ ਆਪ ਜੀ ਦੇ ਸਮਕਸ਼ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਮੁਕੱਦਸ ਸਥਾਨ ਤੋਂ, ਬਾਟੇ ਦੀ ਕੀ ਮਹਾਨਤਾ। ਜਿੱਥੇ ਪੰਜ ਪਿਆਰੇ ਖਾਲਸੇ ਦੇ ਅੰਦਰੂਨੀ ਗੁਣ ਨੇ, ਉੱਥੇ ਪੰਜ ਕਕਾਰ ਖਾਲਸੇ ਦੇ ਬਹਿਰੂਨੀ ਗੁਣ ਨੇ, ਉੱਥੇ ਪੰਜ ਬਖਸ਼ਿਸ਼ਾਂ ਨੇ। ਬਾਟਾ ਹੈ, ਯਾਦ ਰੱਖਿਆ ਜੇ, ਪਵਿੱਤਰ ਜਲ ਹੈ, ਫਿਰ ਪਤਾਸੇ ਨੇ, ਫਿਰ ਖੰਡਾ, ਤੇ ਫਿਰ ਪੰਜ ਬਾਣੀਆਂ, ਪੰਜ ਬਖਸ਼ਿਸ਼ਾਂ ਨੇ। ਬਾਟੇ ਦਾ ਜ਼ਿਕਰ ਕੱਲ੍ਹ ਕੀਤਾ ਸੀ। ਇੱਕ ਇੱਥੇ ਸ਼ਬਦ ਨਾਲ ਜੁੜਦਾ ਲੋਭ ਮੋਹ ਅਹੰਕਾਰ। ਯਾਦ ਰੱਖਿਆ ਜੇ ਦੂਜੀ ਬਖਸ਼ਿਸ਼ ਕਿਹੜੀ ਪਾਈ ਹੈ? ਬਾਟਾ ਹੈ ਧਰਤੀ ਦਾ ਪ੍ਰਤੀਕ, ਵੰਡਣ ਦਾ ਪ੍ਰਤੀਕ। ਕਿਉਂਕਿ ਧਰਮ ਦੀ ਦੁਨੀਆ 'ਚ ਬਾਟਾ ਕੇਵਲ ਮੰਗਣ ਦਾ ਕੰਮ ਕਰਦਾ ਰਿਹਾ। ਤੁਸੀਂ ਵੱਡੇ ਵੱਡੇ ਧਾਰਮਿਕ ਲੋਕਾਂ ਦੇ ਹੱਥ 'ਚ ਵਹਿੰਦੇ ਰਹੇ ਹੋ, ਜਿਨ੍ਹਾਂ ਨੇ ਵੇਖਿਆ ਉਹ ਬਾਟਾ ਲੈ ਕੇ ਮੰਗਦੇ ਰਹੇ ਹੈ। ਗੁਰੂ ਨੇ ਕਿਹਾ ਬਾਟਾ ਵਰਤਾਂਗਾ, ਪਰ ਇਹ ਬਾਟਾ ਖੱਪਰ ਵਾਲੇ ਲੋਕਾਂ ਵਾਂਗੂ ਮੰਗਣ ਦਾ ਕੰਮ ਨਹੀਂ ਕਰੇਗਾ। ਪਹਿਲੀ ਵਾਰੀ ਹੋਇਆ ਦੁਨੀਆ ਵਿੱਚ 1699 ਦੀ ਵਿਸਾਖੀ ਤੇ ਇਹ ਬਾਟੇ ਨੇ ਵੰਡਣ ਦਾ ਕੰਮ ਕੀਤਾ ਹੈ। ਤੇ ਵੰਡਿਆ ਵੀ ਬਾਟੇ 'ਚੋਂ ਉਹ ਹੈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਦੂਜੀ ਗੱਲ, ਦੂਜੀ ਬਖਸ਼ਿਸ਼ ਵਰਤੀ ਹੈ, ਆਪ ਜੀ ਸਿਆਣਿਓ ਬੜੇ ਧਿਆਨ ਨਾਲ ਸੁਣਿਓ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਦੂਜੀ ਬਖਸ਼ਿਸ਼ ਹੈ ਜਲ। ਆਨੰਦਪੁਰ ਸਾਹਿਬ ਅੰਦਰ ਖੂਹ ਵੀ ਨੇ ਤੇ ਬੌਲੀ ਸਾਹਿਬ ਵੀ ਹੈ। ਆਪ ਜਾਣਦੇ ਹੋ ਇਤਿਹਾਸਕ ਪੱਖ ਤੋਂ। ਅੱਜ ਵੀ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਅੰਦਰ ਬੌਲੀ ਸਾਹਿਬ ਸਥਿਤ ਹੈ। ਪਰ ਇਤਿਹਾਸ ਨੂੰ ਫਰੋਲਿਓ, ਬੜੇ ਧਿਆਨ ਨਾਲ ਸੁਣਿਓ। ਜਿਹੜਾ ਜਲ ਵਰਤਿਆ ਨਾ ਅੰਮ੍ਰਿਤ ਸੰਚਾਰ ਲਈ, ਅੰਮ੍ਰਿਤ ਤਿਆਰ ਕਰਨ ਲਈ, ਉਹ ਸਤਲੁਜ ਦਾ ਵਰਤਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਗੁਰੂ ਗੋਬਿੰਦ ਰਾਏ ਦੇ ਰੂਪ 'ਚ। ਕਿਉਂ? ਦਰਿਆ ਦਾ ਜਲ ਕਿਉਂ ਵਰਤਿਆ? ਖੂਹ ਦਾ ਕਿਉਂ ਨਹੀਂ ਵਰਤਿਆ? ਬਾਵਲੀ ਦਾ ਕਿਉਂ ਨਹੀਂ ਵਰਤਿਆ? ਗੁਰੂ ਦੀ ਮਰਜ਼ੀ ਹੈ ਨਾ। ਪਰ ਗੁਰੂ ਨੇ ਸਮਝਾਇਆ ਸਾਨੂੰ। ਦਰਿਆ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਾਂ ਤਾਂ ਰੱਬ ਨਾਲ ਕੀਤੀ ਹੈ ਜਾਂ ਗੁਰੂ ਨਾਲ ਕੀਤੀ ਹੈ। ਬੜੇ ਧਿਆਨ ਨਾਲ ਸੁਣਨਾ। ਰੱਬ ਨੂੰ ਦਰਿਆ ਵਰਗਾ ਕਿਹਾ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ। ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਭੱਟ ਸਾਹਿਬਾਨਾਂ ਨੇ ਦਰਿਆ ਨਾਲ ਤਸ਼ਬੀਹ ਦਿੱਤੀ ਹੈ। ਗੁਰ ਨਵਨਿਧ ਦਰਿਆਓ ਜਨਮ ਹਮ ਕਾਲਕ ਧੋਵੈ। ਰੱਬ ਦਰਿਆ ਵਰਗਾ ਹੈ, ਗੁਰੂ ਦਰਿਆ ਵਰਗਾ ਹੈ। ਬੜੇ ਪਿਆਰ ਸਾਹਿਬ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਹੈ, ਖਾਲਸਾ ਪੰਥ ਜੀ, ਸਾਧ ਸੰਗਤ ਜੀ, ਲੋਭ ਮੋਹ ਅਹੰਕਾਰ ਜਲ ਵਰਤਿਆ ਸਤਿਗੁਰੂ ਨੇ ਸਤਲੁਜ ਦਾ। ਕਹਿਣ ਲੱਗੇ ਅੰਮ੍ਰਿਤ ਛਕ ਕੇ ਖੂਹ ਵਰਗੀ ਛੋਟੀ ਸੋਚ ਨਾ ਬਣਾਈ। ਤੈਨੂੰ ਸਤਲੁਜ ਦੇ ਜਲ ਨਾਲ ਖੰਡੇ ਦੀ ਪੌਲ, ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਦਿਨਾ। ਸਾਰੀ ਦੁਨੀਆ ਤੇ ਵਿਚਰਦਿਆਂ ਸੋਚ ਦਰਿਆ ਵਰਗੀ ਰੱਖੀ। ਕਿਸੇ ਦੀ ਮੈਲ ਕੱਢੀ ਆਪਣੇ 'ਚ ਨਾ, ਕੇਵਲ ਕਿਸੇ ਦੇ ਅਵਗੁਣ ਵੇਖ ਕੇ ਭਰੀ। ਆਪਣੀ ਸੋਚ ਛੋਟੀ ਨਾ ਬਣਾਈ। ਪੰਥ ਨੂੰ ਦਰਿਆ ਵਰਗਾ ਰਹਿਣ ਦੀ, ਇਹਨੂੰ ਖੂਹ ਵਰਗਾ ਨਾ ਬਣਾਈ। ਸਤਲੁਜ ਦਾ ਜਲ, ਕਿਉਂਕਿ ਖੂਹ ਦਾ ਪਾਣੀ ਖੜਾ ਹੁੰਦਾ ਹੈ, ਦਰਿਆ ਦਾ ਪਾਣੀ ਚੱਲਦਾ ਹੁੰਦਾ ਹੈ। ਖੂਹ ਦੇ ਪਾਣੀ ਦੀ ਲਿਮਿਟੇਸ਼ਨ ਹੈ,
दरिया के पानी की कोई लिमिट नहीं। खूह का पानी खराब हुंदा है, खड़ा दरिया का पानी कदे खराब नहीं हुंदा। तेरी सोच चलती रवे, शुद्ध रवे, किसी की मैल कढ़न वाली रवे। ते तीजी बख्शिश वरती है पतासे, लोभ मोह अहंकार, अहंकार तजना छड्डना। जदों पतासे बाटे च नहीं पैंदे, बड़े ख्याल नाल सुनना, असीं इहनूं इदां भी लैने आ भी अमृत मिठा कीता जी, अमृत ते हुंदा ही मिठा भलिओ, याद रखिओ। बाणी मिठी पढ़ी जा रही है तो अमृत है ही मिठा, फिर पतासे क्यों वरते? गुरु दियां गुरु जाने, पर समझाया सानू। उस समय गुड़ नहीं वरतिया, गुड़ तो बनता सी, उस समय वेलने लगे हुए सी, शक्कर नहीं वरती। जे मिठा ही करना सी फिर शक्कर ते गुड़ वरतदे नहीं, पतासे वरत के समझाया। पतासा छोटा भी हुंदा, पतासे वड्डे भी हुंदे। पतासे उन्नी देर वड्डे छोटे आ जिन्नी देर बाटे विच नहीं आ गए। जदों बाटे विच पै गए फिर कोई पतासा वड्डा ते छोटा नहीं रहा। लोभ मोह अहंकार, फिर सारे पतासे घुल के इक्को जिहे हो जाते हैं। अपना गुण ना गवावे, अपना गुण नहीं छड्डदे, मिठास बनी रहिंदी है पर पतासियां दा आकार खत्म हो जाता है। पतासे जल विच आके, बाटे विच आके अपना आकार छड्ड दिंदे है कि असीं खंडे बाटे का अमृत लैके अपना जातां पातां का आकार छड्ड दिता, अहंकार छड्ड दिता सी। क्यों क्यों असीं अखंडे बाटे का अमृत लैके भी उस चीज़ डिवाइडेशन होए, मैं वड्डा तू छोटा, तू नीवा मैं उच्चा नहीं। वो पतासियां वर्गा बण जिहड़ी सिक्ख्या गुरु ने दिती है। इसलिए जदों फिर रब के नाम नाल कोई जुड़दा ना जी, ਉਹਦੇ अंदर तो ये चीज़ां खत्म हो जांदियां। जो प्राणी ममता तज है रब के नाम नाल, लोभ मोह अहंकार, फिर वो अहंकार छड्ड दिंदा है। तो याद रखना, वार वार तुहाडे चरनां च बेनती है, रब नूं सब कुछ भा सकदा है। बड़े प्यार नाल सुणिओ, गुरु ग्रंथ साहिब ने वार वार बचन कहे है, उन्होंने हंकार नहीं पाउंदा, ना हरनाकश का पाया, किसी का ही नहीं पाउंदा। हर जू अहंकार ना भावई, वेद कूक सुनावे। सारिया चीज़ां कट्ठियां रह सकदियां, पर जिथे अहंकार है उत्थे निरंकार प्रगट नहीं हुंदा। रहिंदा तो सब थावां ते ही है। हौमै नावै नाल विरोध है, दोए ना बसै कठाए। इसलिए गुरु कृपा करे अहंकार जाए, पर यतन तो हरेक का हुंदा भी मेरे अंदर अहंकार ना हो। सच्चाई है, जिहड़े बंदे नूं गुस्सा अहंकार आउंदा भी है ना अंदरों, वो भी चाहुंदा भी ये खत्म होवे, पर वह मैथड गुरु ने, वह तरीका बख्शिश अज दे पावन पंक्ति अंदर की। इक्को ही तरीका है, रब का नाम सुनो। तो जो सुन लग पे, जो प्राणी ममता तजै, लोभ मोह अहंकार, ये तिन्ने चीज़ां उहदियां छड्डियां जांदियां, ये सारे दे सारे बदल जाते हैं। अहंकार निमरता च बदल जाता है। तो बाबा कबीर साहब के अमृत बचनों चो कदे पुछिओ भी जे रब नूं मिलना होवे फिर की करना पैंदा। बाबा कबीर साहब कहते हर है खांड, उन्होंने दे अमृत बचनों चो सलोकां चो पावन बचन ने, हर है खांड रेत में बिखरी, हाथी चुनी न जाए, कहो कबीर गुर भली बुझाई, कीटी होए कै खाए, ते की करदा है, कहो नानक आपन तरह, औरन लेत उधार। चलो मैं एक साखी कहनी चाहना संखेप शब्दां च। ਇਹਦਾ ਜ਼ਿਕਰ ਕਿਸੇ ਇਤਿਹਾਸਕਾਰ ਨੇ ਆਨੰਦਪੁਰ ਸਾਹਿਬ ਕੀਤਾ, ਕਿਸੇ ਨੇ ਦਮਦਮਾ ਸਾਹਿਬ ਕੀਤਾ। ਆਪਾਂ ਕੇਵਲ 5 ਮਿੰਟਾਂ ਇਹ ਪਾਵਨ ਬਾਣੀ ਦੇ ਨਾਲ, ਅੰਮ੍ਰਿਤ ਬਚਨਾਂ ਦੇ ਨਾਲ ਸਾਖੀ ਨੂੰ ਜੋੜਨਾ। ਇੱਕ ਸਿੱਖ ਹੈ, ਲੁਹਾਰ ਦਾ ਕੰਮ ਕਰਦਾ ਹੈ, ਢਾਲਾਂ ਬਣਾਉਂਦਾ, ਕਿਰਪਾਨਾਂ ਬਣਾਉਂਦਾ ਹੈ। ਮਨ 'ਚ ਇੱਕ ਦਿਨ ਹੰਕਾਰ ਆਇਆ, ਮੇਰੇ ਵਰਗੀ ਢਾਲ ਕੋਈ ਨਹੀਂ ਬਣਾ ਸਕਦਾ, ਮੈਂ ਇੱਦਾਂ ਦੀ ਢਾਲ ਬਣਾਉਣੀ ਹੈ ਜਿਹਦੇ 'ਚੋਂ ਗੋਲੀ ਕੋਈ ਨਾ ਲੰਘੇ। ਤੇ ਮਨ ਨੇ ਕਿਹਾ ਇੱਦਾਂ ਦੀ ਬਣਾ ਜਿਹਦੇ 'ਚੋਂ ਗੁਰੂ ਦੀ ਗੋਲੀ ਵੀ ਨਾ ਲੰਘੇ। ढाल बनाई, बड़े दिन लाए। सुनना, जो प्राणी ममता तजा, लोभ मोह अहंकार, अहंकार छड्डना। कहन लगे ढाल बनाई, 5-7 बंदे नाल लै, कलगी वाले का दीवान लगा, गुरु गोबिंद सिंह साहब के समय की गल, ते गुरु साहब के सामने लिया के रख दी, दीवान च बह गया। मन च भी मेरे वर्गी ढाल कौन बनाए, गुरु नूं इदां दी ढाल मिली नहीं होएगी। जदों कोई अपनी भेटा का हंकार हुंदा ना, उद्यों भेटा गुरु प्रवान का नहीं जी, सच्चाई है। गुरु ये नहीं वेंदा मैं किन्ने रुपये रखन लगा। याद रखियो, दसवंध जरूरी, माया जिन्नी मैं कहना दसवंध तो भी वध। देखो दसवंध तो सिंह साहब जी तो सुनिया ना, असल में दसवंध तो मेरा हुंदा ही नहीं, दसवंध तो हुंदा ही गुरु का है।
ਉਹ ਗੱਲ ਵੱਖਰੀ ਕਿ ਵੀ ਮੈਂ ਕਹਿੰਦਾ ਮੇਰਾ ਦਸਵੰਧ, ਦਸਵੰਧ ਨਹੀਂ ਮੇਰਾ, ਦਸਵੰਧ ਗੁਰੂ ਦਾ। ਦਸਵੰਧ ਤੋਂ ਬਾਅਦ ਜੇ ਕੁਝ ਮੈਂ ਵੱਧ ਰੱਖਣਾ, ਉਹ ਸ਼ਾਇਦ ਜਿਹੜਾ ਮੈਨੂੰ ਗੁਰੂ ਨੇ ਵਰਤਣ ਲਈ ਦਿੱਤਾ ਮੈਂ ਉਹਦੇ ਚੋਂ ਕੁਝ ਰੱਖ ਦਿੱਤਾ, ਪਰ ਦਸਵੰਧ ਤੇ ਪਹਿਲਾਂ ਹੀ ਗੁਰੂ ਦਾ। ਇਹ ਤੇ ਮਰਜ਼ਾਦਾ ਪੱਕੀ, ਦਸਵੰਧ ਦੀ ਮਰਜ਼ਾਦਾ ਸਿੱਖੀ 'ਚ ਪੱਕੀ ਹੋ ਜਾਏ ਜਿੰਨਾ ਕਿਸੇ ਦਾ ਬਣਦਾ ਹੈ। ਸੱਚ ਜਾਣਿਆ ਜੇ ਤੁਸੀਂ ਸਕੂਲਾਂ ਕਾਲਜਾਂ ਦੀ ਗੱਲ ਕਰਦੇ ਹੋ, ਸਿੱਖ ਦੁਨੀਆ 'ਚ ਬੈਂਕਾਂ ਖੋਲ੍ਹ ਸਕਦੇ, ਹਸਪਤਾਲ ਤੇ ਗੱਲਾਂ ਹੀ ਕੁਝ ਨੇ, ਉਹ ਗੱਲ ਵੱਖਰੀ, ਅਸੀਂ ਛੱਡਦੇ ਜਾ ਰਹੇ। ਖੈਰ ਗੁਰੂ ਕਿਰਪਾ ਕਰੇ, ਪਰ ਉਸ ਦਿਨ ਪ੍ਰਵਾਨ ਨਹੀਂ ਹੁੰਦੀ ਭੇਟਾ ਜਦੋਂ ਹੰਕਾਰ ਹੋਵੇ, ਲਿਆ ਕੇ ਰੱਖ ਤੇ ਢਾਲ। ਕਿ ਜਦੋਂ ਸਮਾਪਤੀ ਹੋਈ ਗੁਰੂ ਸਾਹਿਬ ਕਹਿਣ ਲੱਗੇ ਕਿ ਉਹਦਾ ਨਾਂ ਸੀ ਲਾਲ ਸਿੰਘ, ਲੋਹਾਰ ਦਾ ਕੰਮ ਕਰਦਾ ਸੀ। ਕਹਿੰਦਾ ਜੀ ਢਾਲ ਬਣਾਈ ਹੈ, ਇਹਨੂੰ ਪਰਖ ਕੇ ਵੇਖੋ, ਇਹ 'ਚੋਂ ਗੋਲੀ ਨਹੀਂ ਲੰਘਦੀ। ਆਪਾਂ ਗੱਲ ਸੰਖੇਪ ਕਰਨ ਲੱਗੇ। ਗੁਰੂ ਸਾਹਿਬ ਕਹਿੰਦੇ ਜੇ ਮੈਂ ਚਲਾਵਾਂ, ਭਾਵ ਜੇ ਅਸੀਂ ਚਲਾਈਏ, ਤੇ ਜਦੋਂ ਹੰਕਾਰ ਹੋਵੇ ਕਹਿੰਦਾ ਭਾਵੇਂ ਤੁਸੀਂ ਚਲਾ ਕੇ ਵੇਖੋ, ਗੋਲੀ ਤੁਹਾਡੀ ਵੀ ਨਹੀਂ ਲੰਘਣੀ। ਗੁਰੂ ਸਾਹਿਬ ਨੇ ਵੇਖਿਆ, ਕਹਿੰਦੇ ਭਲਿਆ ਗੁਰੂ ਭਲਾ ਹੀ ਕਰਨਾ ਚਾਹੁੰਦਾ ਨਾ, ਵੀ ਇਹਦੇ ਅੱਜ ਹੰਕਾਰ ਹੈ ਅੰਦਰ, ਪਰ ਸਿੱਖ ਹੈ ਨਾ, ਬਚਾਉਣਾ ਵੀ ਤੇ ਹੈ ਨਾ। ਕਹਿਣ ਲੱਗੇ ਅੱਜ ਤੂੰ ਢਾਲ ਲੈ ਜਾ, ਕੱਲ੍ਹ ਨੂੰ ਲੈ ਕੇ ਆਈ, ਕੱਲ੍ਹ ਨੂੰ ਇੱਕ ਬੰਦੂਕ ਵੀ ਨਵੀਂ ਆਉਣੀ ਹੈ, ਉਹਦੀ ਬੰਦੂਕ ਪਰਖੀ ਜਾਏਗੀ, ਤੇਰੀ ਢਾਲ ਪਰਖੀ ਜਾਏਗੀ, ਕੱਲ੍ਹ ਨੂੰ ਲਿਆਈ। ਨਹੀਂ ਰੱਖੀ ਹੋਈ ਭੇਟਾ ਗੁਰੂ ਕਦੋਂ ਚੁਕਾਉਂਦਾ। ਮਾੜੇ ਭਾਗ ਢਾਲ ਚੁੱਕ ਕੇ ਲੈ ਗਿਆ ਘਰ। ਘਰ ਵਾਲੀ ਨੇ ਪੁੱਛਿਆ ਬੜਾ ਖੁਸ਼ ਹੈ, ਕਹਿੰਦਾ ਖੁਸ਼ ਕਿਉਂ ਨਾ ਹੋਵਾਂ, ਢਾਲ ਲੈ ਕੇ ਗਿਆ ਸੀ ਤੇ ਗੁਰੂ ਨੇ ਵੀ ਜਵਾਬ ਦੇ ਦਿੱਤਾ, ਗੁਰੂ ਦੀ ਵੀ ਗੋਲੀ ਇਹ ਢਾਲ ਚੋਂ ਨਹੀਂ ਲੰਘਦੀ। ਉਹਨੇ ਕਿਹਾ ਨਹੀਂ ਇਹ ਤਾਂ ਨਹੀਂ ਹੋ ਸਕਦਾ। ਉਹ ਕਹਿੰਦਾ ਮੈਂ ਪੁੱਛਿਆ, ਗੁਰੂ ਕਹਿੰਦਾ ਕੱਲ੍ਹ ਨੂੰ ਪਰਖਾਂਗੇ। ਉਹਨੇ ਘਰ ਵਾਲੀ ਸਿਆਣੀ ਸੀ, ਉਹਨੇ ਕਿਹਾ ਭਲਿਆ ਗਲਤੀ ਕਰ ਆਇਆ, ਅਹੰਕਾਰ ਤੇਰੇ ਅੰਦਰ ਆ ਗਿਆ, ਗੁਰੂ ਨੇ ਗੋਲੀ ਚਲਾਈ, ਗੋਲੀ ਢਾਲ ਵਿੱਚ ਦੀ ਲੰਘ ਜਾਣੀ ਹੈ। ਕਹਿੰਦਾ ਜੇ ਲੰਘਦੀ ਹੁੰਦੀ ਗੁਰੂ ਜਵਾਬ ਕਿਉਂ ਦਿੰਦਾ। ਖੈਰ ਗੱਲ ਛੋਟੀ ਕਰ ਲਈਏ। ਸ਼ਾਮ ਪੈ ਗਈ, ਘਰ ਵਾਲੀ ਨੇ ਕਿਹਾ ਤੂੰ ਗਲਤ ਫੈਸਲਾ ਲੈ ਲਿਆ, ਅੱਜ ਸ਼ਾਮ ਹੋ ਗਈ ਹੈ, ਸੁਣਨਾ ਅੱਜ ਸ਼ਾਮ ਹੋ ਗਈ ਹੈ, ਕੱਲ੍ਹ ਨੂੰ ਸ਼ਾਮ ਨੂੰ ਤੂੰ ਦੁਨੀਆ 'ਚ ਨਹੀਂ ਆਉਣਾ। ਕਹਿੰਦਾ ਕਿਉਂ? ਉਹ ਕਹਿੰਦੀ ਜਦੋਂ ਢਾਲ ਪਰਖੀ ਤਾਂ ਹੀ ਜਾਏਗੀ ਜਦੋਂ ਫੜ ਕੇ ਸਾਹਮਣੇ ਖੜੇਗਾ। ਕਹਿੰਦਾ ਹਾਂ। ਤੇ ਕਹਿੰਦਾ ਉਹ ਕਹਿੰਦੇ ਜਦੋਂ ਗੁਰੂ ਨੇ ਗੋਲੀ ਚਲਾਈ, ਗੋਲੀ ਇਕੱਲੀ ਢਾਲ ਨੂੰ ਨਹੀਂ, ਗੋਲੀ ਤੇਰੀ ਛਾਤੀ ਨੂੰ ਵੀ ਪਾਰ ਕਰ ਜਾਏਗੀ, ਖਤਮ ਹੋ ਜਾਏਗਾ। ਕਹਿਣ ਲੱਗਾ ਨਹੀਂ ਹੋ ਸਕਦਾ। ਕਹਿੰਦੀ ਹੋਏਗਾ। ਕਹਿੰਦੇ ਸੁੱਤਾ, ਸੁਪਨਾ ਆਇਆ, ਸੁਪਨੇ ਵਿੱਚ ਵੇਖਿਆ ਢਾਲ ਪਰਖ ਰਹੇ ਸਤਿਗੁਰੂ, ਢਾਲ ਫੜ ਕੇ ਸਾਹਮਣੇ ਖੜਾ, ਗੁਰੂ ਨੇ ਗੋਲੀ ਚਲਾਈ, ਗੁਰੂ ਗੋਲੀ ਢਾਲ ਨੂੰ ਪਾਰ ਕਰਦੇ ਛਾਤੀ 'ਚ ਲੰਘ ਗਈ। ਸੁਪਨੇ 'ਚ ਉੱਠ ਕੇ ਖੜਾ ਹੋਇਆ ਉਬੜਵਾਏ। ਕਹਿਣ ਲੱਗਾ ਉਹੀ ਗੱਲ ਹੋ ਗਈ। ਕਹਿੰਦੀ ਕੀ ਹੋਇਆ? ਅੱਧੀ ਰਾਤ ਕੀ ਹੋਇਆ? ਕਹਿੰਦਾ ਗੋਲੀ ਢਾਲ ਨੂੰ ਪਾਰ ਕਰਕੇ ਮੇਰੀ ਛਾਤੀ 'ਚੋਂ ਲੰਘ ਗਈ। ਗੱਲ ਛੋਟੀ ਕਰੀਏ। ਕਹਿੰਦੀ ਇੱਕੋ ਕੰਮ ਕਰ। ਕਹਿੰਦਾ ਕੀ ਕਰਾਂ? ਕਹਿੰਦੀ ਅਰਦਾਸ ਕਰ। ਕਹਿੰਦਾ ਕਿਹਦੇ ਅੱਗੇ? ਕਹਿਣ ਲੱਗੀ ਜਿਹਨੇ ਪਰਖਣੀ ਹੈ। ਕਹਿੰਦਾ ਉਹਨੇ ਤੇ ਗੋਲੀ ਚਲਾਉਣੀ, ਉਹ ਬਚਾਊਗਾ ਕਿਵੇਂ? ਕਹਿਣ ਲੱਗੀ ਮਾਰਾ ਰਾਖਾ ਇੱਕੋ ਆਪ ਹੈ। ਅਗਲਾ ਦਿਨ ਆਇਆ, ਅਰਦਾਸ ਕੀਤੀ, ਮਾਲਕ ਬਚਾ। ਹੁਣ ਜੇ ਤਾਂ ਇਹ ਕਹਿੰਦਾ ਵੀ ਮੇਰੀ ਢਾਲ ਠੀਕ ਨਹੀਂ, ਲੋਕਾਂ ਨੇ ਢਾਲਾਂ ਖਰੀਦਣੀਆਂ ਬੰਦ ਕਰ ਦੇਣੀਆਂ, ਕਿੱਤਾ ਖਤਮ ਹੋ ਜਾਏਗਾ, ਧੰਦਾ ਖਤਮ ਹੋਏਗਾ। ਜੇ ਢਾਲ ਨਹੀਂ ਪਰਖਾਉਂਦਾ ਫਿਰ ਧਰਮ ਜਾਂਦਾ ਹੈ, ਜੇ ਬੇਨਤੀ ਕਰਕੇ ਢਾਲ ਪਰਖਣ ਤੋਂ ਜਵਾਬ ਦਿੰਦਾ ਧੰਦਾ ਵੀ ਜਾਂਦਾ। ਅਗਲਾ ਦਿਨ ਆਇਆ, ਖੈਰ ਸਮਾਂ ਆਇਆ, ਢਾਲ ਲਿਆ ਕੇ ਰੱਖਦੀ। ਅੱਜ ਨਿਮਰਤਾ 'ਚ ਹੈ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿਣ ਲੱਗੀ ਇਸ ਅਵਸਥਾ ਬਣ ਜਾਏ, ਕਹੋ ਨਾਨਕ ਆਪਣ ਤਰੇ ਔਰਨ ਲੇਤ ਉਧਾਰ। ਅਗਲਾ ਦਿਨ ਆਇਆ, ਢਾਲ ਲਿਆ ਕੇ ਰੱਖੀ। ਗੁਰੂ ਸਾਹਿਬ ਨੇ ਕਿਹਾ ਖੜਾ ਹੋ। ਢਾਲ ਲੈ ਕੇ ਖੜਾ ਹੋ ਗਿਆ ਸੰਗਤ ਜੀ। ਤੇ ਜਦੋਂ ਗੁਰੂ ਸਾਹਿਬ ਬੰਦੂਕ ਉੱਪਰ ਕਰਦੇ ਨੇ ਨਾ, ਇਹ ਅੱਖਾਂ ਤੋਂ ਢਾਲ ਥੱਲੇ ਕਰ ਲੈਂਦਾ ਵੀ ਗੋਲੀ ਚੱਲਣ ਤੇ ਨਹੀਂ ਲੱਗੀ। ਗੁਰੂ ਸਾਹਿਬ ਬੰਦੂਕ ਰੱਖ ਦਿੰਦੇ ਨੇ। 2 ਵਾਰੀ ਹੋਇਆ। ਜਦੋਂ ਤੀਜੀ ਵਾਰੀ ਹੋਇਆ ਤਾਂ ਜਿਹੜੇ ਕੋਲੇ ਸਿੱਖ ਖੜੇ ਸੀ ਉਹਨਾਂ ਨੇ ਕਿਹਾ ਗੋਲੀ ਚਲਾਓ ਜੀ। ਗੁਰੂ ਸਾਹਿਬ ਕਹਿੰਦੇ ਕਾਹਦੇ ਤੇ ਚਲਾਈਏ? ਕਹਿਣ ਲੱਗੇ ਜਿਹੜੀ ਢਾਲ ਫੜ ਕੇ ਖੜਾ ਪਰਖਣ ਲਈ ਉਹਦੇ ਤੇ ਚਲਾਓ। ਗੁਰੂ ਦੀ ਬਖਸ਼ਿਸ਼ ਸੁਣਿਓ, ਅਰਦਾਸ ਹੀ ਕੀਤੀ ਹੈ ਨਾ, ਬੇਨਤੀ ਕੀਤੀ ਹੈ ਨਾ, ਪ੍ਰਵਾਨ ਹੋ ਗਈ। ਲੋਭ ਮੋਹ ਹੰਕਾਰ ਛੱਡਿਆ ਗਿਆ ਅੱਜ, ਤੇ ਅਰਦਾਸ ਕੀਤੀ ਬਚਾਓ। ਤੇ ਗੁਰੂ ਸਾਹਿਬ ਨੇ ਕਿਹਾ ਗੋਲੀ ਚਲਾਈਏ ਕਾਹਦੇ ਤੇ? ਕੋਲੇ ਖੜੇ ਸਿੱਖਾਂ ਨੇ ਕਿਹਾ ਢਾਲ ਤੇ ਚਲਾਓ। ਗੁਰੂ ਸਾਹਿਬ ਕਹਿੰਦੇ ਢਾਲ ਤੇ ਗੋਲੀ ਚਲਾਉਣ ਜੋਗੀ ਥਾਂ ਹੀ ਨਹੀਂ ਬਚੀ। ਸਿੱਖਾਂ ਨੇ ਕਿਹਾ ਸਾਰੀ ਢਾਲ ਤੇ ਖਾਲੀ ਪਈ ਹੈ। ਗੁਰੂ ਸਾਹਿਬ ਕਲਗੀ ਵਾਲੇ ਨੇ ਬਚਨ ਕਿਹਾ ਸਿੱਖੋ ਤੁਹਾਡੇ ਲਈ ਸਾਰੀ ਢਾਲ ਖਾਲੀ ਪਈ ਹੈ, ਸਾਡੀ ਦ੍ਰਿਸ਼ਟੀ ਨਾਲ ਵੇਖੋ, ਸਾਰੀ ਢਾਲ ਤੇ 9ਵਾਂ ਪਾਤਸ਼ਾਹੀਆਂ ਨੇ ਹੱਥ ਰੱਖੇ ਹੋਏ ਨੇ। ਅਰਦਾਸ ਹੈ ਨਾ। ਹੰਕਾਰ ਛੱਡਿਆ ਤੇ ਬਚਾਉਂਦਾ ਵੀ ਗੁਰੂ ਹੈ। ਤੇ ਅਵਸਥਾ ਬਣ ਗਈ, ਢਾਲ ਛੱਡ ਕੇ ਗੁਰੂ ਦੇ ਚਰਨ ਫੜ ਲੈ। ਤੇ ਜਦੋਂ ਚਰਨ ਫੜ ਲੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਦ ਸੁਆਮੀ। ਸੰਦਾ ਕਹੋ ਨਾਨਕ ਆਪਣ ਤਰੈ ਔਰਨ ਲੇਤ ਉਧਾਰ। ਇਸ ਲਈ ਜਿਹੜੀ ਅਵਸਥਾ 'ਚ ਪਹੁੰਚ ਜਾਂਦੇ ਨੇ, ਰਸਨਾ ਨਾਮ ਜਪਦੀ ਹੈ, ਕੰਨ ਸੁਣਦੇ ਆ, ਜਮਾਂ ਦੀ ਪੁਰੀ ਤੋਂ ਜਾਣੋਂ ਬਚ ਜਾਂਦੇ ਨੇ, ਲੋਭ ਮੋਹ ਹੰਕਾਰ ਛੱਡਿਆ ਜਾਂਦਾ ਹੈ, ਤੇ ਆਪ ਵੀ ਆਪਣੀ ਜ਼ਿੰਦਗੀ ਸਫਲ ਕਰਦੇ ਨੇ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦਾ ਆਪਣਾ ਵੀ ਉਧਾਰ ਹੁੰਦਾ, ਦੂਜਿਆਂ ਦਾ ਵੀ ਉਧਾਰ ਕਰ ਦਿੰਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਮੁੱਚੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪ੍ਰਬੰਧਕ ਸੇਵਾਦਾਰਾਂ ਦਾ ਧੰਨਵਾਦ। ਸਿੰਘ ਸਾਹਿਬ ਜੀਆਂ ਦਾ ਧੰਨਵਾਦ, ਬੜਾ ਪਿਆਰ ਸਤਿਕਾਰ ਬਖਸ਼ਦੇ ਨੇ ਆਪ। ਸਮੁੱਚੀ ਰੱਬ ਵਰਗੀ ਸੰਗਤ ਦਾ ਧੰਨਵਾਦ। ਬੇਅੰਤ ਭੁੱਲਾਂ ਆਉਣੀਆਂ ਸੁਭਾਵਕ ਨੇ, ਦੱਸ ਦੀਆਂ ਸਮਝ ਕੇ ਛੱਡ ਦੇਣੀਆਂ। ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ। ਭੁੱਲਾਂ ਦੀ ਮੁਆਫੀ ਬਖਸ਼ਦਿਆਂ ਅਸੀਸਾਂ ਬਖਸ਼ੋ। ਦੇਹੁ ਸੱਜਣ ਅਸੀਸੜੀਆਂ ਜੋ ਹੋਵੈ, ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।